बाणी इस जग में चानन, कर्म वसै मानी आए। सतनाम करता पुरख निरभौ निरवैर, अकाल मूरत अजूनी सपं, गुर प्रसाद बलिहारी गुर अपने, दिओहाड़ी सदवार, जिन मानस ते देवते किए, करत ना लागी वार। जे सौ चंदा उगवह, सूरज चढ़े हजार, एते चानण हुंदियां, गुर बिन घोर अंधार। परम सन्मानयोग गुरु ग्रंथ साहिब सच्चे पातशाह जी की पावन पवित्र हजूरी दे अंदर जुड़ बैठे गुरु प्यारे गुरु सवारे सत संगी जनों, बहुत ही वड्डे भागां वाले हाँ। अमृत वेले तो गुरु दरबार दियां हाजरियां भरदे हुए समूह संगतां ने रब्बी बाणी दे शब्द कीर्तन सरवण करके लाहे प्राप्त कीते, क्योंकि हर साल की तरह गुरु कलगीधर पातशाह जी दे प्रकाश पुरब दिहाड़े नूं समर्पित वड्डे साहिबजादे ते छोटे साहिबजादियां दी शहीदी नूं समर्पित श्री अखंड पाठ साहिबां दी लड़ी आरंभ हुंदी ते अज लड़ी दे विचों पहले श्री अखंड पाठ साहिब जी दे भोग पए परसों रोज तो सरदार बलदेव सिंह जी, बीबी अजीत कौर जी पौंधी परिवार ने गुरु चरनां दा ओट आसरा लैंदे होए अकाली बाणी दे श्री अखंड पाठ साहिब आरंभ करवाए। निर्विघनता सहित समाप्तियां होइयां उपरंत हाजूरी रागी जथे पासों रब्बी बाणी दे शब्द कीर्तन आप जियां ने सरवण कीते। उपरंत बाहरों जथा आ रहा सी, किसी कारणा करके जथा नहीं पहुँच सकिया ते दास नूं हुक्म होया जिन्ना क समा आपां सारे रल के गुरमत विचार करन दा यतन करांगे, क्योंकि गुरबाणी दे विच गुरु साहिबां ने बहुत प्यारे बोल आखे। कालयुग मह कीर्तन प्रधाना, गुरमुख जपीए लाए ध्याना। असल दे विच कीर्तन है की आ? कीर्तन दा अर्थ आ परमात्मा दी कीर्ति गाउणी, रब दा जस गाउणा, रब दे गुण गायन करने।
ਜਿੰਨੇ ਵੀ ਸੰਸਾਰ ਦੇ ਧਰਮ ਆ, ਸਿਰਫ ਸਿੱਖ ਧਰਮ ਦੇ ਅੰਦਰ ਇੱਕ ਕੀਰਤਨ ਦੀ ਪ੍ਰਥਾ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤੀ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਪ੍ਰਚਾਰ ਫੇਰੀਆਂ ਆਰੰਭ ਕੀਤੀਆਂ, ਦੁਨੀਆ ਨੂੰ ਰੱਬ ਦੀ ਗੱਲ ਸਮਝਾਉਣੀ ਸੀ ਤੇ ਰੱਬ ਦੀ ਗੱਲ ਕਰਨ ਵਾਸਤੇ, ਰੱਬ ਦੀ ਗੱਲ ਦੱਸਣ ਵਾਸਤੇ ਇੱਕ ਜਰੀਆ ਸੀ ਗੁਰੂ ਸਾਹਿਬਾਂ ਦੇ ਕੋਲ। ਹੋਰ ਸੰਸਾਰ ਦੇ ਵਿੱਚ ਗੁਰੂ ਦੀ ਗੱਲ, ਰੱਬ ਦੀ ਗੱਲ ਕਿਵੇਂ ਸਮਝਾਈ ਜਾਏ? ਆਖਰ ਇੱਕ ਜਰੀਆ ਸੀ ਗੁਰੂ ਪਾਤਸ਼ਾਹ ਜੀ ਨੇ ਅਪਣਾਇਆ ਵੀ ਦੁਨੀਆ ਨੂੰ ਕਿਵੇਂ ਇਕੱਠਿਆਂ ਕੀਤਾ ਜਾਏ। ਹੋਰ ਕਿਸੇ ਢੰਗ ਤਰੀਕੇ ਦੇ ਨਾਲ ਇਕੱਠਿਆਂ ਹੀ ਨਹੀਂ ਕੀਤਾ ਜਾ ਸਕਦਾ। ਕਦੇ ਇੱਦਾਂ ਹੋ ਸਕਦਾ ਸੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਲੋਕਾਂ ਨੂੰ ਆਵਾਜ਼ਾਂ ਦਿੰਦੇ ਵੀ ਆਓ ਸਾਰੇ ਬੈਠੋ ਆਪਾਂ ਗੱਲ ਕਰਨੀ ਆ। ਹੋ ਸਕਦਾ ਕੋਈ ਵੀ ਗੁਰੂ ਨਾਨਕ ਸਾਹਿਬ ਦੀ ਗੱਲ ਸੁਣਨ ਲਈ ਆਉਂਦਾ ਨਾ। ਤੇ ਗੁਰੂ ਪਾਤਸ਼ਾਹ ਜੀ ਨੇ ਕੀਰਤਨ ਇੱਕ ਜਰੀਆ ਬਣਾਇਆ ਵੀ ਦੁਨੀਆ ਦਾ ਇਕੱਠ ਕਿਵੇਂ ਕੀਤਾ ਜਾਏ, ਫਿਰ ਉਸ ਇਕੱਠ ਦੇ ਵਿੱਚ ਰੱਬ ਦੀ ਗੱਲ ਕਿਵੇਂ ਰੱਖੀ ਜਾਏ। ਕਿਉਂਕਿ ਰੱਬ ਦੀ ਗੱਲ ਸਮਝਾਉਣੀ ਆ ਤੇ ਸਮਝਾਉਣ ਦਾ ਢੰਗ ਤੇ ਤਰੀਕਾ ਗੁਰੂ ਪਾਤਸ਼ਾਹ ਜੀ ਨੇ ਅਪਣਾਇਆ। ਕੀਰਤਨ ਦੇ ਰਾਹੀਂ ਸੰਗਤਾਂ ਦਾ ਇਕੱਠ ਕਰਨਾ, ਪਬਲਿਕ ਦਾ ਇਕੱਠ ਕਰਨਾ, ਤੇ ਉਸ ਇਕੱਠ ਨੂੰ ਗੁਰੂ ਸਾਹਿਬਾਂ ਨੇ ਸੰਗਤ ਦਾ ਦਰਜਾ ਦਿੱਤਾ। ਕਿਉਂਕਿ ਅੱਜ ਇਕੱਠ ਤੇ ਹੋਰ ਵੀ ਬਹੁਤ ਹੁੰਦੇ ਆ। ਆਪਾਂ ਵੇਖਦੇ ਆ ਵੀ ਜਦੋਂ ਆਪਾਂ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚਦੇ ਹਾਂ ਤੇ ਹੋ ਸਕਦਾ ਗੁਰਦੁਆਰਾ ਸਾਹਿਬ ਦੇ ਨਾਲੋਂ ਵੀ ਬਹੁਤਾ ਇਕੱਠ ਉੱਥੇ ਹੋਵੇ। ਜਦੋਂ ਆਪਾਂ ਬੱਸ ਸਟੈਂਡ ਤੇ ਪਹੁੰਚਦੇ ਹਾਂ ਤੇ ਹੋ ਸਕਦਾ ਇੱਥੇ ਨਾਲੋਂ ਉੱਥੇ ਬਹੁਤ ਇਕੱਠ ਹੋਵੇ। ਸਿਨੇਮੇ ਘਰਾਂ ਦੇ ਵਿੱਚ ਬਹੁਤ ਇਕੱਠ ਹੋਵੇ, ਪਰ ਉਹਨਾਂ ਨੂੰ ਸੰਗਤ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ, ਦੁਨੀਆ ਦਾ ਇਕੱਠ ਆਖਿਆ ਜਾ ਸਕਦਾ, ਪਬਲਿਕ ਦਾ ਇਕੱਠ ਹੁੰਦਾ। ਪਰ ਕੋਈ ਵੀ ਬੰਦਾ ਇਹ ਨਹੀਂ ਕਹਿੰਦਾ ਵੀ ਰੇਲਵੇ ਸਟੇਸ਼ਨ ਤੇ ਬੜੀ ਸੰਗਤ ਇਕੱਠੀ ਹੋਈ ਮੈਂ ਵੇਖੀ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਸਿਨੇਮੇ ਘਰ ਦੇ ਵਿੱਚ ਗਿਆ ਤੇ ਉੱਥੇ ਬਹੁਤ ਸੰਗਤਾਂ ਦਾ ਇਕੱਠ ਸੀ। ਕਿਉਂਕਿ ਸੰਗਤ ਉਸ ਨੂੰ ਆਖਿਆ ਜਾਂਦਾ ਜਿੱਥੇ ਗੁਰੂ ਦੀ ਗੱਲ ਚੱਲ ਰਹੀ ਹੋਵੇ, ਗੁਰੂ ਦੀ ਗੱਲ ਹੋ ਰਹੀ ਹੋਵੇ ਤੇ ਗੁਰੂ ਸਾਹਿਬ ਵਿੱਚ ਮੌਜੂਦ ਹੋਣ। ਉੱਥੇ ਭਾਵੇਂ 4 ਸਰੀਰ ਜੁੜੇ ਹੋਣ, ਉਹਨਾਂ ਨੂੰ ਸੰਗਤ ਦਾ ਦਰਜਾ ਦਿੱਤਾ ਗਿਆ। ਤੇ ਗੁਰੂ ਦੀ ਗੱਲ ਕਹਿਣ ਦਾ ਇੱਕ ਢੰਗ ਤੇ ਤਰੀਕਾ ਸੀ ਗੁਰੂ ਸਾਹਿਬਾਂ ਦਾ। ਹੁਣ ਆਪਾਂ ਗੁਰਬਾਣੀ ਦੇ ਮੁਤਾਬਕ ਵਿਚਾਰ ਵਾਲੇ ਪਾਸੇ ਆਈਏ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਸੰਸਾਰ ਦੇ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਤੇ ਗੁਰੂ ਕਿਰਪਾ ਕਰੇ ਜਾਂ ਤੇ ਸਾਨੂੰ ਗੱਲ ਸਮਝ 'ਚ ਨਹੀਂ ਆ ਰਹੀ, ਪਤਾ ਨਹੀਂ ਕੀ ਕਾਰਨ ਆ। ਕਿਉਂਕਿ ਬੱਚਾ ਸਕੂਲ ਦੇ ਵਿੱਚ ਬੈਠਾ ਹੋਵੇ ਤੇ ਸਕੂਲ ਦੇ ਵਿੱਚ ਕਲਾਸ ਦੇ ਦੌਰਾਨ ਬੱਚੇ ਨੂੰ ਗੱਲ ਟੀਚਰ ਦੀ ਸਮਝ 'ਚ ਨਾ ਆਵੇ ਤੇ ਜਾਂ ਬੱਚੇ ਦੇ ਵਿੱਚ ਕੋਈ ਊਣਤਾਈ ਹੋ ਸਕਦੀ ਆ ਤੇ ਜਾਂ ਫਿਰ ਟੀਚਰ ਦੇ ਸਮਝਾਉਣ ਦਾ ਢੰਗ ਤੇ ਤਰੀਕਾ ਨਹੀਂ ਠੀਕ ਹੋ ਸਕਦਾ। ਪਰ ਗੁਰੂ ਸਾਹਿਬ ਨੇ ਜਿਹੜੇ ਢੰਗ ਦੇ ਨਾਲ ਸਮਝਾਇਆ, ਉਹ ਢੰਗ ਤਰੀਕਾ ਸਾਡੀ ਸਮਝ ਦੇ ਵਿੱਚ ਨਹੀਂ ਆ ਰਿਹਾ। ਪਤਾ ਨਹੀਂ ਕੀ ਕਾਰਨ ਆ। ਕਿਉਂਕਿ ਇਸੇ ਕਰਕੇ ਦਿਨੋਂ ਦਿਨ ਜੋ ਕੁਛ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਵੱਧਦਾ ਜਾ ਰਿਹਾ, ਬੁਰਿਆਈ ਤੇ ਕਪਟਪੁਣਾ, ਇਹ ਸਭ ਤੋਂ ਵੱਧ ਨਸ਼ੇਖੋਰੀ, ਪਤਤਪੁਣਾ, ਕੀ ਕਾਰਨ ਆ? ਗੱਲ ਗੁਰੂ ਦੀ ਸਮਝ 'ਚ ਨਹੀਂ ਆ ਰਹੀ ਸਾਡੀ। ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਇੱਕ ਗੱਲ ਆਖਿਆ ਸਗਲ ਸਰੀਰ ਆਵਤ ਸਭ ਕਾਮ, ਨੇਹ ਫਲ ਮਨੁੱਖ ਜਪੇ ਨਹੀਂ ਨਾਮ। ਇਹ ਬਹੁਤ ਗੁਰੂ ਪਾਤਸ਼ਾਹ ਜੀ ਦਾ ਪਿਆਰਾ ਬੋਲਿਆ। ਭਾਵੇਂ ਕਿ ਇੱਕ ਇੱਕ ਅੱਖਰ ਗੁਰੂ ਪਾਤਸ਼ਾਹ ਜੀ ਨੇ ਬਹੁਤ ਹੀ ਚੁਣ ਕੇ ਗੁਰਬਾਣੀ ਦੇ ਵਿੱਚ ਪਰੋਇਆ, ਜਿਵੇਂ ਇੱਕ ਮਾਲਾ ਦੇ ਵਿੱਚ ਮੋਤੀ ਪਰੋਏ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਜਿੰਨੇ ਵੀ ਸਰੀਰ ਆਏ ਆ ਦੁਨੀਆ ਤੇ, ਆਖਰਕਾਰ ਇਹ ਕੰਮ ਲਈ ਤੇ ਆਏ ਆ। ਪਰ ਜਿਹੜਾ ਸਰੀਰ ਕੰਮ ਨਹੀਂ ਆ ਰਿਹਾ, ਜਿਹੜਾ ਮਨੁੱਖਾ ਸਰੀਰ ਰੱਬ ਦੇ ਕੰਮ ਦਾ ਨਹੀਂ, ਰੱਬ ਦੇ ਰਸਤੇ ਤੇ ਨਹੀਂ ਚੱਲ ਰਿਹਾ,
ਆਖਰਕਾਰ ਉਹ ਨੇਹ ਫਾਲਿਆ, ਉਹ ਬੇਕਾਰ ਆ, ਉਹ ਦੁਨੀਆ ਤੋਂ ਐਵੇਂ ਹੀ ਚਲਾ ਜਾਏਗਾ, ਜਿਵੇਂ ਆਇਆ ਉਸੇ ਤਰ੍ਹਾਂ ਚਲਾ ਗਿਆ। ਹੁਣ ਗੁਰੂ ਨਾਨਕ ਸਾਹਿਬ ਦੇ ਕਹਿਣ ਦਾ ਭਾਵ ਆ ਵੀ ਜਿੰਨੇ ਸਰੀਰ ਆਏ ਆ ਆਖਰਕਾਰ ਕੰਮ ਲਈ ਤੇ ਆਏ, ਪਰ ਸਾਰੇ ਕੰਮ ਨਹੀਂ ਆ ਰਹੇ। ਕੋਈ ਟਾਵਾਂ ਕੰਮ ਆ ਰਿਹਾ, ਕੋਈ ਵਿਰਲਾ ਹੀ ਗੁਰੂ ਦੇ ਰਾਹ ਤੇ ਤੁਰ ਰਿਹਾ ਤੇ ਕੋਈ ਵਿਰਲਾ ਹੀ ਸਤ ਸੰਗਤ ਦੇ ਵਿੱਚ ਆ ਰਿਹਾ। ਨਹੀਂ ਤੇ ਬਹੁਤੇ ਤੇ ਫਾਰਮੈਲਿਟੀ ਪੂਰੀ ਕਰਨ ਵਾਸਤੇ ਕਈ ਵਾਰੀ ਆਪਾਂ ਪ੍ਰੋਗਰਾਮ ਰੱਖਦੇ ਹਾਂ ਤੇ ਬੰਦੇ ਦਾ ਨਾ ਮਨ ਕਰੇ ਸੰਗਤ ਦੇ ਵਿੱਚ ਜਾਣ ਨੂੰ, ਗੁਰਦੁਆਰੇ ਜਾਣ ਨੂੰ, ਤੇ ਬੰਦਾ ਕਈ ਵਾਰੀ ਮੂੰਹ ਮਲਾਜੇ ਦੇ ਕਾਰਨ ਹੀ ਆ ਜਾਂਦਾ ਵੀ ਫਲਾਣੇ ਦੇ ਰਿਸ਼ਤੇਦਾਰ ਦਾ, ਸੱਜਣ ਮਿੱਤਰ ਦਾ ਪ੍ਰੋਗਰਾਮ ਆ, ਜੇ ਨਾ ਗਏ, ਮੱਥੇ ਨਾ ਲੱਗੇ ਤੇ ਸਾਨੂੰ ਉਹ ਕੀ ਕਹਿਣਗੇ। ਕਈ ਵਾਰੀ ਤੇ ਆਹ ਗੱਲ ਹੁੰਦੀ ਆ, ਬੰਦਾ ਆਉਣਾ ਨਹੀਂ ਚਾਹੁੰਦਾ ਪਰ ਆਖਰਕਾਰ ਨਾ ਚਾਹੁੰਦਿਆਂ ਹੋਇਆਂ ਵੀ ਆਉਣਾ ਪਿਆ, ਕਿਉਂਕਿ ਰਿਸ਼ਤੇਦਾਰੀ ਆ ਤੇ ਸੱਜਣਤਾਈ ਆ, ਮੂੰਹ ਮਲਾਜੇ ਦੀ ਗੱਲ ਆ। ਗੁਰੂ ਸਾਹਿਬ ਕਹਿੰਦੇ ਆ ਜਿੰਨੇ ਵੀ ਸਰੀਰ ਉਹ ਆਖਰਕਾਰ ਕੰਮ ਲਈ ਆਏ ਆ ਤੇ ਇਹਨਾਂ ਨੇ ਪਰਮਾਤਮਾ ਦੀ ਭਗਤੀ ਕਰਨੀ, ਰੱਬ ਦੇ ਰਸਤੇ ਤੇ ਚੱਲਣਾ, ਸਮਾਜ ਦੇ ਵਿੱਚ ਰਹਿਣ ਦਾ ਢੰਗ ਤੇ ਤਰੀਕਾ ਸਿੱਖਣਾ ਬੰਦੇ ਨੇ। ਇਹ ਗੁਰੂ ਨਾਨਕ ਦਾ ਸਕੂਲ ਆ। ਇਥੋਂ ਸਾਨੂੰ ਨਿਯਮਾਂ ਦਾ ਪਤਾ ਲੱਗੇਗਾ, ਇਥੋਂ ਸਾਨੂੰ ਕਾਨੂੰਨ ਦਾ ਪਤਾ ਲੱਗੇਗਾ, ਇਥੋਂ ਸਾਨੂੰ ਬੋਲਣ ਦਾ ਪਤਾ ਲੱਗੇਗਾ, ਇਥੋਂ ਸਾਨੂੰ ਖਾਣ ਪੀਣ, ਬਹਿਣ ਖਲੋਣ ਦਾ ਤੇ ਆਪਸ ਵਿੱਚ ਮਿਲ ਵਰਤਣ ਦਾ ਪਤਾ ਲੱਗੇਗਾ। ਇਹ ਸਾਰੀ ਸਿੱਖਿਆ ਸਾਨੂੰ ਗੁਰੂ ਘਰੋਂ ਪਤਾ ਲੱਗੇਗੀ, ਕਿਉਂਕਿ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਘਰ ਤੋਂ ਹੀ ਤੇ ਸੋਝੀ ਪ੍ਰਾਪਤ ਹੋਣੀ ਸੀ, ਇਸੇ ਸਕੂਲ ਤੋਂ ਹੀ ਤੇ ਸਾਨੂੰ ਸਿੱਖਿਆ ਮਿਲਣੀ ਸੀ। ਪਰ ਇਹ ਸਿੱਖਿਆ ਤੋਂ ਅਸੀਂ ਦਿਨੋਂ ਦਿਨ ਵਾਂਝੇ ਰਹਿੰਦੇ ਜਾ ਰਹੇ ਹਾਂ, ਦਿਨੋਂ ਦਿਨ ਆਪਾਂ ਇਸ ਸਿੱਖਿਆ ਤੋਂ ਪਿੱਛੇ ਹਟਦੇ ਜਾ ਰਹੇ ਹਾਂ। ਗੁਰੂ ਕਿਰਪਾ ਕਰੇ। ਗੁਰੂ ਨਾਨਕ ਸਾਹਿਬ ਕਹਿੰਦੇ ਅਸਲ ਦੇ ਵਿੱਚ ਜਦੋਂ ਮਨੁੱਖ ਸੰਸਾਰ ਤੇ ਆਉਂਦਾ ਨਾ, ਤੇ ਉਸ ਮਨੁੱਖ ਦੇ ਆਉਣ ਦਾ ਗੁਰੂ ਸਾਹਿਬਾਂ ਨੇ ਇੱਕ ਢੰਗ ਤੇ ਤਰੀਕਾ ਦੱਸਿਆ ਵੀ ਸੰਸਾਰ ਦੇ ਵਿੱਚ ਆਏ ਹੋਏ ਮਨੁੱਖ ਨੂੰ ਜੇ ਕਿਤੇ ਪਰਿਵਾਰ ਦੇ ਵਿੱਚੋਂ ਮਾਹੌਲ ਮਿਲ ਜਾਏ, ਸੰਸਾਰ ਦੇ ਵਿੱਚੋਂ ਮਾਹੌਲ ਮਿਲ ਜਾਏ, ਜੇ ਕਿਤੇ ਧਾਰਮਿਕ ਥਾਵਾਂ ਦੇ ਨਾਲ ਇਹਦਾ ਸੰਬੰਧ ਬਣ ਜਾਏ ਤੇ ਮਨੁੱਖ ਜਿਹੜਾ ਇਹ ਸਫਲ ਹੋ ਸਕਦਾ, ਇਹ ਗੁਰੂ ਨੂੰ ਪ੍ਰਵਾਨ ਹੋ ਸਕਦਾ, ਇਹਦਾ ਜੀਵਨ ਕੰਪਲੀਟ ਹੋ ਸਕਦਾ। ਤੇ ਜੇ ਇਸ ਬੰਦੇ ਨੂੰ ਸੋਰਸ ਨਾ ਮਿਲੇ, ਇਸ ਬੰਦੇ ਨੂੰ ਕੋਈ ਜਰੀਆ ਨਾ ਮਿਲੇ, ਕੋਈ ਮਾਹੌਲ ਨਾ ਮਿਲੇ, ਤੇ ਇਹ ਬੰਦਾ ਬੇਕਾਰ ਜਾ ਸਕਦਾ। ਮੈਂ ਇੱਕ ਉਦਾਹਰਨ ਦਿਆਂਗਾ। ਜਿਵੇਂ ਇੱਕ ਪੱਥਰ ਹੁੰਦਾ ਨਾ, ਤੇ ਪੱਥਰ ਰੋਡ ਦੇ ਉੱਤੇ ਪਿਆ, ਸੜਕ ਦੇ ਵਿੱਚ ਪਿਆ ਹੋਇਆ, ਉਹ ਪੱਥਰ ਓਨਾ ਚਿਰ ਪੂਜਣ ਯੋਗ ਨਹੀਂ ਹੁੰਦਾ ਜਿੰਨਾ ਚਿਰ ਉਹਨੂੰ ਕੋਈ ਸਿਆਣਾ ਪੱਥਰ ਘਾੜਾ ਨਾ ਮਿਲ ਜਾਏ, ਮੂਰਤੀਕਾਰ ਨਾ ਮਿਲ ਜਾਏ। ਇੱਕ ਮੂਰਤੀਕਾਰ ਤੁਰਿਆ ਜਾ ਰਿਹਾ, ਉਹਨੇ ਇੱਕ ਬਹੁਤ ਵੱਡਾ ਪੱਥਰ ਵੇਖਿਆ ਤੇ ਉਸ ਪੱਥਰ ਨੂੰ ਉਹਨੇ ਘੜਨਾ ਸ਼ੁਰੂ ਕੀਤਾ। ਜਦੋਂ ਉਹਨੇ ਘੜਿਆ ਨਾ, ਤੇ ਉਹਨੇ ਬੜੀ ਸੋਹਣੀ ਇੱਕ ਮੂਰਤੀ ਪ੍ਰਗਟ ਕੀਤੀ, ਤੇ ਕਿਸੇ ਲੰਘਦੇ ਹੋਏ ਮੁਸਾਫਰ ਨੇ ਆਖਿਆ ਸੀ, ਓਏ ਭਲਿਆ, ਤੂੰ ਇੰਨੀ ਸੋਹਣੀ ਮੂਰਤੀ ਬਣਾ ਦਿੱਤੀ ਆ, ਇਹ ਮੂਰਤੀ ਕਿਵੇਂ ਬਣਾਈ ਆ? ਤੇ ਉਸ ਪੱਥਰ ਘਾੜੇ ਨੇ ਆਖਿਆ ਸੀ, ਅਸਲ ਦੇ ਵਿੱਚ ਮੂਰਤੀ ਤੇ ਪਹਿਲਾਂ ਹੀ ਇਸ ਪੱਥਰ ਦੇ ਵਿੱਚ ਮੌਜੂਦ ਸੀ, ਪਰ ਮੈਂ ਤੇ ਸਿਰਫ ਇਸ ਪੱਥਰ ਦੇ ਦਿਵਾਲੇ ਜਿਹੜੇ ਫਾਲਤੂ ਟੁਕੜੇ ਉਹ ਹੀ ਲਾਉਣ ਦਾ ਯਤਨ ਕੀਤਾ ਤੇ ਪੱਥਰ ਦੇ ਵਿੱਚੋਂ ਮੂਰਤੀ ਪ੍ਰਗਟ ਹੋ ਗਈ। ਇਹਦਾ ਭਾਵ ਆ ਹਰ ਇੱਕ ਬੰਦੇ ਦੇ ਅੰਦਰ ਗੁਣ ਪਰਮਾਤਮਾ ਨੇ ਰੱਖ ਕੇ ਬੰਦੇ ਨੂੰ ਸੰਸਾਰ ਤੇ ਭੇਜਿਆ, ਪਰ ਪ੍ਰਗਟ ਹੋਣ ਵਾਸਤੇ ਬੰਦੇ ਨੂੰ ਚੰਗੇ ਕਾਰੀਗਰ ਦੀ ਲੋੜ ਤੇ ਗੁਰੂ ਦੀ ਲੋੜ ਪੈਂਦੀ ਆ, ਨਹੀਂ ਤੇ ਉਹ ਗੁਣ ਕਦੇ ਵੀ ਪ੍ਰਗਟ ਨਹੀਂ ਹੋ ਸਕਦੇ, ਕਦੇ ਵੀ ਬੰਦੇ ਦੀ ਘਾੜਤ ਨਹੀਂ ਘੜੀ ਜਾ ਸਕਦੀ। ਜਿਵੇਂ ਇੱਕ ਗਹਿਣੇ ਦੀ, ਸੋਨੇ ਦੀ ਡਲੀ ਹੋਵੇ ਨਾ,
ਤੇ ਜਿੰਨਾ ਚਿਰ ਸੁਨਿਆਰ ਦੇ ਵਸ ਨਾ ਪਏ ਉਹਨਾਂ ਚਿਰ ਗਹਿਣਾ ਨਹੀਂ ਬਣ ਸਕਦੀ। ਇਹ ਗੱਲਾਂ ਨੋਟ ਕਰਨ ਵਾਲੀਆਂ। ਕਾਰਨ ਕੀ ਆ? ਵੀ ਸਾਨੂੰ ਸੁਨਿਆਰ ਨਹੀਂ ਮਿਲਿਆ, ਸਾਨੂੰ ਸਾਧ ਸੰਗਤ ਘਾੜਾ ਨਹੀਂ ਮਿਲਿਆ ਜਿਨੇ ਇਸ ਮੂਰਤੀ ਨੂੰ ਘੜਨਾ ਸੀ ਤੇ ਪੇਸ਼ ਕਰਨਾ ਸੀ ਗੁਰੂ ਦੇ ਸਾਹਮਣੇ। ਹੁਣ ਗੁਰੂ ਕੀ ਆ? ਗੁਰੂ ਅਸਲ ਦੇ ਵਿੱਚ ਮੂਰਤੀਕਾਰ ਆ। ਉਹ ਇਹਨਾਂ ਬੰਦਿਆਂ ਨੂੰ, ਇਹਨਾਂ ਮਨੁੱਖਾਂ ਨੂੰ ਘੜਦਾ ਤੇ ਰੱਬ ਦੇ ਅੱਗੇ ਪੇਸ਼ ਕਰ ਦਿੰਦਾ ਵੀ ਆ ਜਿਹੜਾ ਮੇਰੇ ਸੰਪਰਕ ਦੇ ਵਿੱਚ ਆਇਆ ਬੰਦਾ, ਹੇ ਪਰਮਾਤਮਾ ਮੈਂ ਘੜ ਕੇ ਤੇਰੇ ਅੱਗੇ ਪੇਸ਼ ਕਰ ਦਿੱਤਾ। ਆ ਜਿਹੜਾ ਮੇਰਾ ਘੜਿਆ ਇਨਸਾਨ ਆ, ਇਹ ਕਦੇ ਵੀ ਨੇਹ ਫਲ ਨਹੀਂ ਜਾ ਸਕਦਾ। ਪਰ ਹੁਣ ਜਦੋਂ ਆਪਾਂ ਇਸ ਪੱਥਰ ਘਾੜੇ ਦੇ ਅੱਗੇ ਇਸ ਕਾਰੀਗਰ ਦੇ ਵਸ ਪਵਾਂਗੇ ਹੀ ਨਾ, ਤੇ ਸਾਧ ਸੰਗਤ ਫਿਰ ਕਸੂਰ ਕਿਹਦਾ? ਹੁਣ ਖਿਆਲ ਕਰਨਾ, ਇੱਕ ਮਰੀਜ਼ ਜੇ ਡਾਕਟਰ ਨੂੰ ਸਮਰਪਿਤ ਨਾ ਹੋਵੇ, ਮਰੀਜ਼ ਬਿਮਾਰ ਹੋਵੇ ਤੇ ਬਿਮਾਰ ਬੰਦਾ ਡਾਕਟਰ ਨੂੰ ਸਮਰਪਿਤ ਨਾ ਹੋਵੇ, ਉਹ ਕਦੇ ਵੀ ਅਰੋਗ ਨਹੀਂ ਹੋ ਸਕਦਾ, ਉਹਦਾ ਕਦੇ ਇਲਾਜ ਨਹੀਂ ਹੋ ਸਕਦਾ। ਆਖਰਕਾਰ ਇੱਕ ਮਰੀਜ਼ ਡਾਕਟਰ ਨੂੰ ਸਮਰਪਿਤ ਹੁੰਦਾ। ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਆਖਿਆ ਨਾ ਗੁਰੂ ਸਾਹਿਬ ਨੇ, ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਹੁਣ ਜੇ ਮਰੀਜ਼ ਆਖੇ ਵੀ ਮੈਂ ਤੇ ਡਾਕਟਰ ਦੇ ਸਮਰਪਿਤ ਹੀ ਨਹੀਂ ਹੋਣਾ, ਮੈਂ ਆਪਣਾ ਆਪ ਡਾਕਟਰ ਨੂੰ ਸੌਂਪਣਾ ਹੀ ਨਹੀਂ, ਤੇ ਫਿਰ ਇਲਾਜ ਨਹੀਂ ਹੋ ਸਕਦਾ। ਆਖਰਕਾਰ ਮਰੀਜ਼ ਨੂੰ ਡਾਕਟਰ ਦੇ ਨਾਲ ਸਹਿਮਤ ਹੋਣਾ ਪਏਗਾ, ਡਾਕਟਰ ਨੂੰ ਆਪਣਾ ਆਪ ਸਮਰਪਿਤ ਕਰਨਾ ਪਏਗਾ। ਫਿਰ ਡਾਕਟਰ ਦੀ ਮਰਜ਼ੀ ਉਹ ਕਿਵੇਂ ਇਲਾਜ ਕਰਦਾ, ਉੱਥੇ ਆਪਣੀ ਮਰਜ਼ੀ ਨਹੀਂ ਹੁੰਦੀ। ਮੁਸ਼ਕਿਲ ਕੀ ਆ? ਆਪਾਂ ਮਰੀਜ਼ ਤੇ ਹੈ ਪਰ ਸਾਧ ਸੰਗਤ ਆਪਾਂ ਡਾਕਟਰ ਦੇ ਸਮਰਪਿਤ ਨਹੀਂ ਹੋਏ। ਆਖਰਕਾਰ ਅਸੀਂ ਪੱਥਰਾਂ ਦੀ ਤਰ੍ਹਾਂ, ਤੇ ਗੁਰੂ ਇੱਕ ਪੱਥਰ ਘਾੜਾ ਸੀ, ਇਸ ਮੂਰਤੀਕਾਰ ਦੇ ਸਾਹਮਣੇ ਪੇਸ਼ ਨਹੀਂ ਹੋਏ। ਅਸੀਂ ਜਿੱਦਾਂ ਦੇ ਆ ਉਦਾਂ ਦੇ ਰਹਿਣਾ ਚਾਹੁੰਦੇ ਆ ਪਾਤਸ਼ਾਹ, ਇਦਾਂ ਦੇ ਹੀ ਠੀਕ ਆ। ਅਸੀਂ ਇੱਕ ਲੱਕੜੀ ਪਈ ਹੋਵੇ ਨਾ, ਤੇ ਜਿੰਨਾ ਚਿਰ ਉਹ ਕਾਰੀਗਰ ਦੇ ਵਸ ਨਹੀਂ ਪੈਂਦੀ ਉਹਨਾਂ ਚਿਰ ਲੱਕੜੀ ਕਦੇ ਘੜੀ ਨਹੀਂ ਜਾਂਦੀ ਤੇ ਕਦੇ ਫਰਨੀਚਰ ਦਾ ਰੂਪ ਨਹੀਂ ਧਾਰਨ ਕਰਦੀ। ਹੁਣ ਪਈ ਹੋਈ ਲੱਕੜੀ ਇੱਕ ਬੇਕਾਰ ਆ, ਉਹ ਕਿਸੇ ਕੰਮ ਨਹੀਂ ਆਉਂਦੀ। ਪਰ ਜੇ ਕਿਤੇ ਸਿਆਣੇ ਕਾਰੀਗਰ ਦੇ ਹੱਥ ਆ ਜਾਏ ਨਾ, ਤੇ ਸੱਚ ਕਰਕੇ ਜਾਣਿਓ ਬੇਕਾਰ ਪਈ ਲੱਕੜੀ ਵੀ ਉਹ ਇੱਕਦਮ ਇਹੋ ਜੀ ਘੜ ਕੇ ਤੇ ਤਿਆਰ ਕਰ ਦਿੰਦਾ, ਦੁਨੀਆ ਦੇ ਵਿੱਚ ਲੋਕ ਉਹਦਾ ਮੁੱਲ ਪਾਉਂਦੇ ਤੇ ਖਰੀਦਦੇ ਆਉਂ, ਉਹ ਵਿਕਦੀ ਆ। ਆਖਰਕਾਰ ਦੁਕਾਨਾਂ ਦਾ ਸ਼ਿੰਗਾਰ ਬਣ ਜਾਂਦੀ ਆ। ਕੀ ਕਾਰਨ ਸੀ? ਲੱਕੜੀ ਭਾਵੇਂ ਟੇਢੀ ਸੀ, ਵਿੰਗੀ, ਪਰ ਆਖਰ ਕਾਰੀਗਰ ਬੜਾ ਸਿਆਣਾ ਸੀ। ਕਾਰੀਗਰ ਨੇ ਉਹਨੂੰ ਘੜਨ ਦਾ ਯਤਨ ਕੀਤਾ ਤੇ ਵਿੰਗੀ ਟੇਢੀ ਨੂੰ ਵੀ ਉਹਨੇ ਘੜ ਕੇ ਫਰਨੀਚਰ ਦਾ ਰੂਪ ਦੇ ਦਿੱਤਾ, ਤੇ ਦੁਨੀਆ ਦੇ ਵਿੱਚ ਉਹਦਾ ਮੁੱਲ ਪਿਆ। ਉਹ ਸਤਕਾਰੀ ਗਈ। ਸਾਧ ਸੰਗਤ ਉਹਨੂੰ ਦੁਨੀਆ ਦੇ ਲੋਕਾਂ ਨੇ ਖਰੀਦਿਆ, ਉਹ ਕਿਸੇ ਘਰ ਦਾ ਸ਼ਿੰਗਾਰ ਬਣ ਗਈ। ਪਰ ਆਖਰਕਾਰ ਪਈ ਹੋਈ ਬੇਲੱਕੜੀ ਤੇ ਬਾਲਣ ਦੇ ਕੰਮ ਹੀ ਆਉਂਦੀ ਆ ਨਾ। ਉਹਨੂੰ ਤੇ ਦੁਨੀਆ ਦੇ ਲੋਕ ਬਸ ਅੱਗ ਦੇ ਵਿੱਚ ਝੋਕ ਦਿੰਦੇ ਆ, ਜਾਂ ਤੇ ਉਹ ਘਰ ਦੀ ਰੋਟੀ ਬਣਾਉਣ ਦੇ ਕੰਮ ਆਏਗੀ, ਤੇ ਜਾਂ ਫਿਰ ਕਿਸੇ ਦੀ ਅੱਗ ਸੇਕਣ ਦੇ ਕੰਮ ਆਏਗੀ। ਬੇਕਾਰ ਲੱਕੜੀ ਦਾ ਕੀ ਕੰਮ ਹੁੰਦਾ? ਇਸੇ ਤਰ੍ਹਾਂ ਜੇ ਇੱਕ ਕੱਪੜਾ ਖਰੀਦਿਆ ਜਾਏ ਨਾ ਦੁਕਾਨ ਤੋਂ, ਮੈਂ ਉਦਾਹਰਨਾਂ ਕਿਉਂ ਦੇ ਰਿਹਾ ਵੀ ਅਸੀਂ ਇੱਕ ਪਰਮਾਤਮਾ ਦੇ ਭੇਜੇ ਹੋਏ ਇਨਸਾਨ ਆਏ, ਪਰ ਰੱਬ ਤੋਂ ਬਿਨਾਂ ਇਹਦਾ ਮੁੱਲ ਨਹੀਂ ਪੈ ਸਕਦਾ ਸਰੀਰ ਦਾ, ਤੇ ਇਹ ਬੰਦਾ ਘੜਿਆ ਨਹੀਂ ਜਾ ਸਕਦਾ, ਕਿਉਂਕਿ ਗੁਰੂ ਇੱਕ ਸੱਚੀ ਸੁੱਚੀ ਟਕਸਾਲ ਆ, ਤੇ ਆਪਾਂ ਸਚਿਆਰ ਹੋਣ ਵਾਸਤੇ ਆਏ ਆ। ਇੱਕ ਕੱਪੜਾ ਥਾਨ ਤੋਂ ਲਿਆਂਦਾ ਜਾਏ ਤੇ ਕਦੇ ਕੱਪੜਾ ਸਰੀਰ ਤੇ ਓਢਣਾ ਹੋਵੇ ਤੇ ਓਢਿਆ ਨਹੀਂ ਜਾ ਸਕਦਾ, ਕਿਉਂਕਿ ਅਣਸੀਤਾ ਹੋਇਆ ਕੱਪੜਾ ਤੇ ਕਿਸੇ ਵੀ ਢੰਗ ਦੇ ਨਾਲ ਸਰੀਰ ਤੇ ਪਾਇਆ ਹੀ ਨਹੀਂ ਜਾਂਦਾ। ਕੀ ਕਰੋਗੇ ਉਹਨੂੰ? ਫਿਰ ਕੀ ਕਰਨਾ ਪਏਗਾ? ਲਿਆਂਦੇ ਹੋਏ ਥਾਨ ਨੂੰ ਚੰਗੇ ਟੇਲਰ ਦੇ ਕੋਲ ਲਿਜਾਣਾ ਪੈਂਦਾ। ਟੇਲਰ ਕੀ ਕਰਦਾ? ਫਿਰ ਆਪਣੇ ਹਿਸਾਬ ਦੇ ਨਾਲ ਉਹਨੂੰ ਕੈਂਚੀ ਦੇ ਨਾਲ ਕੱਟਦਾ। ਅਣਜਾਣ ਬੰਦਾ ਕੱਪੜੇ ਨੂੰ ਕੱਟ ਨਹੀਂ ਸਕਦਾ। ਕੋਈ ਬੰਦਾ ਥਾਨ ਲਿਆ ਕੇ ਕੱਪੜੇ ਦਾ ਆਖੇ ਵੀ ਮੈਂ ਕੈਂਚੀ ਫੇਰ ਦਿਆਂ, ਕਦੇ ਨਹੀਂ ਫੇਰ ਸਕਦਾ।
ਕੈਂਚੀ ਫੇਰੇਗਾ ਤੇ ਬੇਕਾਰ ਚਲਾ ਜਾਏਗਾ, ਕੱਪੜੇ ਦੀਆਂ ਲੀਰਾਂ ਬਣਾ ਕੇ ਰੱਖ ਦੇਗਾ, ਕੱਪੜਾ ਕਿਸੇ ਕੰਮ ਨਹੀਂ ਆਏਗਾ, ਨਾ ਪਾਉਣ ਦੇ ਕੰਮ ਤੇ ਨਾ ਵਰਤਣ ਦੇ ਕੰਮ ਆਏਗਾ, ਬੇਕਾਰ ਚਲਾ ਜਾਏਗਾ। ਇਹੀ ਹਾਲਤ ਮਨੁੱਖ ਦਾ ਹੋਇਆ। ਜੇ ਤੇ ਕਾਰੀਗਰ ਨਾ ਚੰਗਾ ਮਿਲਿਆ ਤੇ ਬੇਕਾਰ ਚਲਾ ਗਿਆ, ਤੇ ਜੇ ਕਾਰੀਗਰ ਮਿਲਿਆ ਤੇ ਕਾਰੀਗਰ ਸੰਪੂਰਨ ਨਾ ਹੋਇਆ ਤੇ ਫੇਰ ਉਹ ਹਾਲਤ ਹੋਵੇਗਾ ਜਿਵੇਂ ਅਣਜਾਣ ਡਾਕਟਰ ਮਰੀਜ਼ ਦਾ ਇਲਾਜ ਕਰਦਾ ਤੇ ਮੌਤ ਦੇ ਮੂੰਹ 'ਚ ਜਾ ਪਾਉਂਦਾ। ਜਿਵੇਂ ਅਣਜਾਣ ਕਾਰੀਗਰ ਲੱਕੜੀ ਨੂੰ ਕੱਟਦਾ ਤੇ ਬੇਕਾਰ ਚਲੀ ਜਾਂਦੀ, ਕਿਸੇ ਕੰਮ ਨਹੀਂ ਆਉਂਦੀ। ਜਿਵੇਂ ਬੇਕਾਰ ਟੇਲਰ ਕੈਂਚੀ ਫੇਰ ਕੇ ਕੱਪੜੇ ਦਾ ਸਤਿਆਨਾਸ਼ ਕਰ ਦੇਵੇ, ਇਸੇ ਕਰਕੇ ਹੀ ਗੁਰੂ ਸਾਹਿਬ ਨੇ ਆਖਿਆ ਸੀ ਜਦੋਂ ਸਿਆਣਾ ਟੇਲਰ ਮਿਲ ਜਾਏ ਫਿਰ ਉਹ ਬੜੇ ਢੰਗ ਦੇ ਨਾਲ ਪਹਿਲਾਂ ਮਿਣਤੀ ਕਰੇਗਾ, ਫਿਰ ਉਸ ਕੱਪੜੇ ਨੂੰ ਕੱਟਣ ਦਾ ਯਤਨ ਕਰੇਗਾ, ਫਿਰ ਉਸ ਕੱਪੜੇ ਦੇ ਵਿੱਚੋਂ ਸਾਧ ਸੰਗਤ ਜਿੱਥੇ ਜੇਬ ਲੱਗਦੀ ਉੱਥੇ ਜੇਬ ਲਾਏਗਾ, ਜਿਹੜਾ ਕਮੀਜ਼ ਬਣਨਾ ਕਮੀਜ਼ ਬਣਾਏਗਾ। ਉਹ ਕੱਪੜੇ ਨੂੰ ਬੜੇ ਢੰਗ ਦੇ ਨਾਲ ਬਣਾ ਕੇ ਪੇਸ਼ ਕਰਦਾ ਤੇ ਬੰਦਾ ਬੜਾ ਖੁਸ਼ ਹੋ ਕੇ ਆਪਣੇ ਤਨ ਦੇ ਉੱਤੇ ਓੜਦਾ, ਪਾਉਣ ਦੇ ਕੰਮ ਆ ਜਾਂਦਾ। ਇੱਕ ਦਿਨ ਆਪਾਂ ਵਿਚਾਰ ਸਾਂਝੇ ਕੀਤੇ ਸਨ, ਇੱਕ ਬਿਲਡਿੰਗ ਬਣਾਉਣੀ ਹੋਵੇ, ਸਰੀਏ ਦਾ ਢੇਰ ਲੱਗਾ ਹੋਵੇ, ਸੀਮੈਂਟ ਪਿਆ ਹੋਵੇ, ਬਜਰੀ ਪਈ ਹੋਵੇ, ਉਹਨੂੰ ਆਪਾਂ ਕਦੇ ਬਿਲਡਿੰਗ ਨਹੀਂ ਕਹਿ ਸਕਦੇ, ਕਿਉਂਕਿ ਜਦੋਂ ਉਹਨੂੰ ਸਿਆਣਾ ਕਾਰੀਗਰ ਤਰਤੀਬ ਦਿੰਦਾ ਨਾ, ਉਹ ਦਿੱਤੀ ਹੋਈ ਤਰਤੀਬ ਦੇ ਨਾਲ ਇੱਕ ਰਹਿਣ ਵਾਲਾ ਮਕਾਨ ਬਣਾ ਕੇ ਰੱਖ ਦਿੰਦਾ, ਤਰਤੀਬ ਦੇ ਨਾਲ ਇੱਟਾਂ ਫਿੱਟ ਕਰਦਾ, ਤਰਤੀਬ ਦੇ ਨਾਲ ਸੀਮੈਂਟ ਫਿੱਟ ਕਰਦਾ, ਤਰਤੀਬ ਦੇ ਨਾਲ ਸਰੀਆ ਫਿੱਟ ਕਰਦਾ, ਤੇ ਸਾਧ ਸੰਗਤ ਇੱਕ ਰਹਿਣ ਯੋਗ ਮਕਾਨ ਬਣ ਜਾਂਦਾ। ਇਹ ਆ ਗੁਰੂ ਪਾਤਸ਼ਾਹ ਜੀ ਦੀ ਕਾਰੀਗਰੀ। ਗੁਰੂ ਸਾਹਿਬ ਕਹਿੰਦੇ ਆ ਸਗਲ ਸਰੀਰ ਆਵਤ ਸਭ ਕਾਮ, ਦੇ ਫਲ ਮਨੁੱਖ ਜਪੇ ਨਹੀਂ ਨਾਮ। ਸਾਰੇ ਸਰੀਰ ਕੰਮ ਆਏ, ਪਰ ਜਿਹੜੇ ਗੁਰੂ ਦੇ ਸੰਪਰਕ 'ਚ ਨਹੀਂ ਆਏ ਨੇ ਫਲ ਚਲੇ ਗਏ। ਬਾਬਾ ਕਬੀਰ ਸਾਹਿਬ ਜੀ ਦਾ ਬਚਨ ਆ, ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ। ਜਿਵੇਂ ਨਿਰਮਲ ਬੂੰਦਾਂ ਬਾਰਿਸ਼ ਦੀਆਂ ਪੈਂਦੀਆਂ, ਮੀਂਹ ਪੈਂਦਾ ਹੋਵੇ ਨਾ, ਤੇ ਕਦੇ ਜਿੱਥੇ ਬਰੇਤਲਾ ਇਲਾਕਾ ਹੋਵੇ, ਜਿਵੇਂ ਰਾਜਸਥਾਨ ਦਾ ਇੰਡੀਆ ਦੇ ਵਿੱਚ ਇਲਾਕਾ, ਇਹੋ ਜਿਹੇ ਬਰੇਤਲੇ ਥਾਵਾਂ ਦੇ ਉੱਤੇ ਪਾਣੀ ਦੀ ਬੜੀ ਥੋੜ ਹੁੰਦੀ ਆ। ਪਰ ਜੇ ਕਿਤੇ ਕਿਸਾਨ ਨੇ ਖੇਤੀ ਬੀਜਣੀ ਹੋਵੇ ਨਾ, ਤੇ ਬਹੁਤਾਤ ਦੇ ਵਿੱਚ ਇਹੋ ਜਿਹੀਆਂ ਥਾਵਾਂ ਤੇ ਇਹੋ ਜਿਹੇ ਇਲਾਕਿਆਂ ਤੇ ਜਿਹੜੀ ਖੇਤੀ ਆ ਉਹ ਬਾਰਿਸ਼ਾਂ ਦੇ ਉੱਤੇ ਨਿਰਭਰ ਹੁੰਦੀ ਆ। ਮੀਂਹ ਪਿਆ ਤੇ ਖੇਤੀ ਹੋ ਗਈ, ਜੇ ਬਾਰਿਸ਼ ਨਾ ਪਵੇ ਤੇ ਖੇਤੀ ਨਹੀਂ ਹੁੰਦੀ। ਤੇ ਫੇਰ ਕੀ ਹੁੰਦਾ, ਜਦੋਂ ਬਾਰਿਸ਼ ਦਾ ਮਾਹੌਲ ਬਣਿਆ ਹੋਵੇ ਨਾ, ਤੇ ਸਿਆਣਾ ਜ਼ਿਮੀਂਦਾਰ ਪਤਾ ਕੀ ਕਰਦਾ, ਇੱਕਦਮ ਆਪਣੀ ਖੇਤ ਦੇ ਦੁਆਲੇ ਉੱਚੀ ਵੱਟ ਕਰ ਲੈਂਦਾ ਭਈ ਜਦੋਂ ਬਾਰਿਸ਼ ਪਏਗੀ ਇਹ ਮੀਂਹ ਦੀਆਂ ਬੂੰਦਾਂ ਜਿਹੜੀਆਂ ਕਿਤੇ ਬੇਕਾਰ ਨਾ ਚਲੀਆਂ ਜਾਣ, ਇਹ ਕੰਮ ਆ ਜਾਣਗੀਆਂ। ਬਾਬਾ ਕਬੀਰ ਸਾਹਿਬ ਕਹਿੰਦੇ ਬਿਨ ਸੰਗਤ ਇਉਂ ਮਾਨਈ, ਹੋਏ ਗਈ ਭੱਠ ਛਾਰ। ਨਿਰਮਲ ਬੂੰਦ ਆਕਾਸ਼ ਤੋਂ ਆਈ, ਪਰ ਜੇ ਕਿਤੇ ਬੇਕਾਰ ਜ਼ਮੀਨ ਤੇ ਡਿੱਗ ਪਈ, ਬਰੇਤਲੇ ਇਲਾਕੇ ਤੇ ਡਿੱਗ ਪਈ, ਕਿਸੇ ਕੰਮ ਆਉਂਦੀ ਆ? ਕਿਸੇ ਕੰਮ ਨਹੀਂ ਆਈ। ਤੇ ਜੇ ਕਿਤੇ ਉਹ ਜ਼ਿਮੀਂਦਾਰ ਕਿਸਾਨ ਨੇ ਆਪਣੀ ਪੈਲੀ ਨੂੰ ਚੰਗੀ ਤਰ੍ਹਾਂ ਸਵਾਰ ਕੇ ਵਾਹ ਕੇ ਵੱਤਰ ਕੀਤਾ ਹੋਵੇਗਾ, ਤੇ ਆਲੇ ਦੁਆਲੇ ਵੱਟ ਬੱਧੀ ਹੋਏਗੀ, ਜਦੋਂ ਮੀਂਹ ਦੀਆਂ ਬੂੰਦਾਂ ਪੈਣਗੀਆਂ ਉਸ ਵੇਲੇ ਉਹ ਜ਼ਮੀਨ ਦੇ ਵਿੱਚ ਸਾਂਭੀਆਂ ਜਾਣਗੀਆਂ, ਤੇ ਜਿਹੜੀ ਸਾਂਭੀ ਹੋਈ ਉਹ ਬੂੰਦ ਆਕਾਸ਼ ਦੇ ਵਿੱਚੋਂ ਪਿਆ ਹੋਇਆ ਮੀਂਹ ਉਹ ਸਾਧ ਸੰਗਤ ਕੰਮ ਆ ਜਾਏਗਾ। ਇਸੇ ਤਰ੍ਹਾਂ ਮਨੁੱਖਿਆ ਜੇ ਨੂੰ ਮਾਹੌਲ ਮਿਲ ਜਾਏ ਤੇ ਘੜਿਆ ਜਾਏਗਾ, ਜੇ ਮਾਹੌਲ ਨਾ ਮਿਲੇ ਤੇ ਸਰੀਰ ਬੇਕਾਰ ਚਲਾ ਜਾਏਗਾ। ਕਿਉਂ ਆਪਾਂ ਗੁਰੂ ਘਰ ਆਉਨੇ ਆ, ਕੀ ਕਾਰਨ ਆ? ਗੁਰੂ ਸਾਹਿਬ ਕਹਿੰਦੇ ਅਸਲ ਦੇ ਵਿੱਚ ਬੰਦੇ ਦਾ ਸੁਭਾਅ ਐਸਾ, ਬੰਦਾ ਘੜਨਾ ਨਹੀਂ ਚਾਹੁੰਦਾ, ਬੰਦਾ ਗੁਰੂ ਤੋਂ ਮੁਕਰਨਿਆ ਬੇਮੋਖਿਆ। ਇਹਦੀ ਹਾਲਤ ਇਸ ਤਰ੍ਹਾਂ ਦੀ ਆ, ਜਿਹੜਾ ਸਮਝਦਾ ਹੋਇਆ ਵੀ ਬੇਸਮਝੀ ਕਰਦਾ ਨਾ,
ਗੁਰੂ ਸਾਹਿਬ ਨੇ ਉਸ ਬੰਦੇ ਦੀ ਉਦਾਹਰਨ ਵੀ ਗੁਰਬਾਣੀ ਦੇ ਵਿੱਚ ਦਿੱਤੀ। ਆਖਿਆ ਮਾਧੋ ਅਵਿਦਿਆ ਹੇਤ ਕੀਨ ਬਵੇਕ ਦੀਪ ਮਲੀਨ। ਖਿਆਲ ਕਰਿਓ ਇਸ ਗੱਲ ਦਾ, ਭਗਤ ਰਵਿਦਾਸ ਜੀ ਦਾ ਬਚਨ ਆਏ, ਮਾਧੋ ਅਵਿਦਿਆ ਹੇਤ ਕੀਨ ਬਵੇਕ ਦੀਪ ਮਲੀਨ। ਹੇ ਮਾਧੋ, ਇਹ ਬੰਦੇ ਦੀ ਹਾਲਤ ਐਸੀ ਆ, ਇਹ ਬੇਸਮਝੀ ਦੇ ਨਾਲ ਸੰਬੰਧ ਬਣਾ ਬੈਠਾ, ਅਗਿਆਨਤਾ ਦੇ ਨਾਲ ਇਹਦੀ ਸਾਂਝ ਬਣ ਗਈ, ਸਮਝਣਾ ਨਹੀਂ ਚਾਹੁੰਦਾ, ਬੇਸਮਝੀ ਆ। ਹੁਣ ਜੇ ਆਪਾਂ ਆਖੀਏ ਵੀ ਸਾਨੂੰ ਸਮਝ ਨਹੀਂ ਆਉਂਦੀ, ਤੇ ਐਸੀ ਗੱਲ ਹੀ ਕੋਈ ਨਹੀਂ ਵੀ ਸਮਝ ਨਾ ਆਵੇ। ਗੁਰਬਾਣੀ ਨੂੰ ਬੰਦਾ ਧਿਆਨ ਦੇ ਨਾਲ ਪੜ੍ਹੇ ਤੇ ਸਮਝ ਨਹੀਂ ਆਉਂਦੀ, ਸਮਝ ਆਉਂਦੀ ਆ ਸਾਧ ਸੰਗਤ। ਐਸੀ ਤੇ ਕੋਈ ਗੱਲ ਹੀ ਨਹੀਂ ਗੁਰਬਾਣੀ ਦੇ ਵਿੱਚ ਵੀ ਬੰਦਾ ਬਹਾਨੇ ਬਣਾਈ ਜਾਵੇ, ਮੈਨੂੰ ਤੇ ਸਮਝ ਹੀ ਨਹੀਂ ਆਉਂਦੀ ਜੀ। ਜਿਹੜੀ ਗੱਲ ਦੀ ਸਮਝ ਹੀ ਨਹੀਂ ਆਉਂਦੀ, ਗੁਰੂ ਸਾਹਿਬ ਨੇ ਉਹ ਗੱਲ ਦੁਨੀਆ ਦੇ ਵਿੱਚ ਰੱਖਣੀ ਕਿਉਂ ਸੀ? ਮੰਨ ਲਿਆ ਜਾਏ ਜਿਹੜੀ ਗੱਲ ਸਮਝ 'ਚ ਹੀ ਨਾ ਆਵੇ, ਉਹ ਗੱਲ ਕਰਨੀ ਕਾਹਦੇ ਵਾਸਤੇ ਹੁੰਦੀ ਆ? ਪਰਿਵਾਰ ਦੇ ਵਿੱਚ ਕੋਈ ਬੰਦਾ ਗੱਲ ਕਰ ਰਿਹਾ ਹੋਵੇ ਤੇ ਪਰਿਵਾਰ ਦੀ ਗੱਲ ਸਮਝ 'ਚ ਹੀ ਨਾ ਆਵੇ, ਤੇ ਬੰਦੇ ਨੂੰ ਸੋਚਣਾ ਹੀ ਪਏਗਾ ਨਾ ਵੀ ਜਿਹੜੀ ਗੱਲ ਸਮਝ 'ਚ ਨਹੀਂ ਆ ਰਹੀ ਪਰਿਵਾਰ ਦੀ, ਇਹ ਗੱਲ ਕਰਨ ਦਾ ਲਾਭ ਕੀ ਆ? ਐਸੀ ਤੇ ਕੋਈ ਗੱਲ ਨਹੀਂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਲਿਖੀ ਜਿਹੜੀ ਸਾਡੀ ਸਮਝ 'ਚ ਨਹੀਂ ਆਉਂਦੀ। ਮੁਸ਼ਕਲ ਇਹ ਆ ਵੀ ਬੰਦਾ ਸਮਝਣਾ ਨਹੀਂ ਚਾਹੁੰਦਾ। ਸਾਧ ਸੰਗਤ, ਇਹ ਸਿਰਫ ਬੰਦੇ ਦੀ ਕਮਜ਼ੋਰੀ ਆ, ਬਹਾਨੇਬਾਜ਼ੀ ਆ ਵੀ ਮੈਨੂੰ ਸਮਝ ਨਹੀਂ ਆ ਰਹੀ ਗੱਲ। ਗੁਰੂ ਸਾਹਿਬ ਕਹਿੰਦੇ ਹਾਲਤ ਐਸੀ ਆ ਮਾਧੋ ਅਵਿਦਿਆ ਹੇਤ ਕੀਨ, ਕਿਉਂਕਿ ਅਗਿਆਨਤਾ ਦੇ ਨਾਲ ਇਹਨੇ ਸਮਝੌਤਾ ਕਰ ਲਿਆ ਵਾ, ਬੇਸਮਝੀ ਦੇ ਨਾਲ ਸਮਝੌਤਾ ਬਣਾ ਲਿਆ, ਸਮਝਣਾ ਨਹੀਂ ਚਾਹੁੰਦਾ ਬੰਦਾ। ਹਾਲਤ ਕੀ ਬਣ ਗਈ ਆ? ਬਵੇਕ ਦੀਪ ਮਲੀਨ। ਆ ਜਿਹੜਾ ਗਿਆਨ ਦਾ ਦੀਵਾ ਸੀ ਇਹ ਅੰਦਰੋਂ ਧੁੰਦਲਾ ਹੋ ਗਿਆ। ਆ ਪੁਰਾਣੇ ਸਮਿਆਂ ਦੇ ਵਿੱਚ ਲਾਲਟੈਨਾਂ ਸਾਡੇ ਘਰਾਂ ਦੇ ਵਿੱਚ ਹੁੰਦੀਆਂ ਸੀ। ਆਪ ਸਾਰੇ ਬੈਠੇ ਹੋ, ਇੰਡੀਆ ਦੇ ਨਾਲ ਸੰਬੰਧ ਆ ਤੁਹਾਡਾ, ਤੇ ਪੰਜਾਬ ਦੀ ਧਰਤੀ ਦੇ ਉੱਤੇ, ਇੰਡੀਆ ਦੀ ਧਰਤੀ ਤੇ ਆਪਾਂ ਰਹਿੰਦੇ ਰਹੇ ਹਾਂ। ਤੇ ਜਦੋਂ ਆ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ, ਅੱਜ ਵੀ ਕਈ ਜਿਹੜੇ ਬੈਕਗਰਾਊਂਡ ਏਰੀਏ ਆ, ਇਹੋ ਜਿਹੀਆਂ ਥਾਵਾਂ ਦੇ ਉੱਤੇ ਅੱਜ ਵੀ ਬਿਜਲੀ ਦਾ ਬਹੁਤ ਘੱਟ ਸਾਧਨ ਆ, ਲਾਈਟ ਨਹੀਂ ਹੁੰਦੀ। ਤੇ ਜੇ ਹੁੰਦੀ ਵੀ ਆ ਤੇ 24 ਘੰਟਿਆਂ ਦੇ ਵਿੱਚੋਂ 8 ਘੰਟੇ ਹੀ ਆਉਂਦੀ ਆ, ਨਹੀਂ ਤੇ ਉਹ ਵੀ ਬਹੁਤ ਮੁਸ਼ਕਲ ਦੇ ਨਾਲ। ਤੇ ਲਾਲਟੈਨ ਹੁੰਦੀ ਸੀ, ਘਰਾਂ ਦੇ ਵਿੱਚ ਦੀਵੇ ਹੁੰਦੇ ਸੀ, ਦੀਵੇ ਲੋਕ ਜਗਾਉਂਦੇ ਸਨ। ਤੇ ਉਸ ਤੋਂ ਬਾਅਦ ਲਾਲਟੈਨ ਚੱਲੀ, ਉਹਦੇ ਵਿੱਚ ਤੇਲ ਪਾ ਦੇਣਾ ਤੇ ਆਲੇ ਦੁਆਲੇ ਉਹਦੇ ਕੱਚ ਲੱਗਾ ਹੁੰਦਾ ਸੀ। ਕੱਚ ਦਾ ਕਾਰਨ ਸੀ ਵੀ ਜੇ ਕਿਤੇ ਹਵਾ ਵਗੇ ਤੇ ਉਹ ਕਿਤੇ ਗੋਲ ਨਾ ਹੋ ਜਾਏ, ਬੁਝ ਨਾ ਜਾਏ, ਜਿਹੜੀ ਹਨੇਰੀ ਆ ਹਵਾ ਉਹਦੇ ਤੇ ਅਸਰ ਨਾ ਕਰੇ। ਹੁੰਦਾ ਕੀ ਸੀ, ਜਦੋਂ ਉਹਨੇ ਜਗਣਾ ਤੇ ਉਹਦੇ ਵਿੱਚੋਂ ਫਿਰ ਕਾਲਾ ਧੂੰਆਂ ਨਿਕਲਦਾ ਸੀ, ਤੇ ਕਾਲੇ ਧੂਏ ਦੇ ਕਾਰਨ ਉਹ ਜਿਹੜਾ ਕੱਚ ਆਲੇ ਦੁਆਲੇ ਲੱਗਾ ਹੁੰਦਾ ਸੀ ਉਹ ਸਾਧ ਸੰਗਤ ਕਾਲਾ ਹੋ ਜਾਣਾ। ਕਾਲੇ ਧੂਏ ਦੇ ਕਾਰਨ ਉਹ ਜਿਹੜਾ ਅੰਦਰ ਦਾ ਪ੍ਰਕਾਸ਼ ਉਹ ਮੱਧਮ ਪੈ ਜਾਣਾ, ਖਤਮ ਹੋ ਜਾਣਾ, ਕਿਉਂਕਿ ਕੱਚ ਦੇ ਦੁਆਲੇ ਧੂਆਂ ਜੂ ਜੰਮ ਜਾਂਦਾ ਸੀ। ਇਸ ਕਰਕੇ ਫਿਰ ਉਹ 5-7 ਦਿਨਾਂ ਬਾਅਦ ਸਾਨੂੰ ਕੱਚ ਨੂੰ ਸਾਫ਼ ਕਰਨਾ ਪੈਂਦਾ ਸੀ, ਕੱਢ ਕੇ ਵੀ ਕੱਚ ਸਾਫ਼ ਕੀਤਾ ਜਾਏ, ਤਾਂ ਹੀ ਤੇ ਉਹ ਪ੍ਰਕਾਸ਼ ਬਾਹਰ ਆਵੇਗਾ। ਹੁਣ ਮੁਸ਼ਕਲ ਭਗਤ ਰਵਿਦਾਸ ਜੀ ਕਹਿੰਦੇ ਆ ਹੀ ਮੁਸ਼ਕਲ ਆ ਜਿਹੜੀ ਸਮਝ 'ਚ ਨਹੀਂ ਆ ਰਹੀ ਵੀ ਸਾਡੇ ਮਨ ਦੇ ਦਿਵਾਲੇ ਅਸਲ ਦੇ ਵਿੱਚ ਇਹ ਅਗਿਆਨਤਾ ਦਾ ਧੂਆਂ ਜੰਮ ਗਿਆ, ਜਿਹੜਾ ਪ੍ਰਕਾਸ਼ ਬਾਹਰ ਨਹੀਂ ਆ ਰਿਹਾ। ਲਾਈਟ ਦੇ ਅੰਦਰ ਜਗਦੀ ਆ, ਪਰ ਆਖਰਕਾਰ ਇਹ ਜਿਹੜੀ ਅਗਿਆਨਤਾ, ਇਹਦਾ ਹਨੇਰਾ ਹੀ ਇੰਨਾ ਛਾ ਗਿਆ, ਸਾਨੂੰ ਸਮਝ 'ਚ ਨਹੀਂ ਆ ਰਹੀ। ਨਾ ਅਸੀਂ ਸਾਫ਼ ਕਰਨਾ ਚਾਹੁੰਦੇ ਹਾਂ ਤੇ ਨਾ ਇਹ ਪ੍ਰਕਾਸ਼ ਨੂੰ ਆਪਾਂ ਬਾਹਰ ਕੱਢਣਾ ਚਾਹੁੰਦੇ, ਪ੍ਰਗਟ ਕਰਨਾ ਚਾਹੁੰਦੇ ਹਾਂ। ਹਾਲਤ ਕੀ ਆ? ਭਾਈ ਗੁਰਦਾਸ ਜੀ ਦੀ ਇੱਕ ਪੌੜੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਾਵਾਂਗਾ। ਜਦੋਂ ਗੁਰੂ ਪਾਤਸ਼ਾਹ ਜੀ ਨੇ ਇਹੋ ਜਿਹੇ ਵਿਚਾਰ ਗੁਰਬਾਣੀ ਦੇ ਵਿੱਚ ਰੱਖੇ ਆ ਤੇ ਸੋਚਣ ਤੇ ਮਜਬੂਰ ਹੋ ਜਾਂਦਾ ਬੰਦਾ ਵੀ ਆਖਰਕਾਰ ਹੇ ਪਰਮਾਤਮਾ, ਜਿੰਨੇ ਸੌਖੇ ਢੰਗ ਦੇ ਨਾਲ ਤੁਸਾਂ ਸਮਝਾਇਆ ਬੰਦੇ ਨੂੰ, ਆਖਰਕਾਰ ਬੰਦਾ ਮੁਕਰਨ ਕਿਉਂ ਹੋ ਗਿਆ? ਕੀ ਕਾਰਨ ਆ? ਇਹ ਬੰਦਾ ਬਹਾਨੇਬਾਜ਼ੀ ਕਿਉਂ ਬਣਾਉਣ ਲੱਗ ਪਿਆ ਵੀ ਬਾਬਾ ਤੇਰੀ ਗੱਲ ਸਾਡੀ ਸਮਝ 'ਚ ਨਹੀਂ ਆ ਰਹੀ? ਇਹ ਸਮਝ ਲਾਉਣਾ ਨਹੀਂ ਚਾਹੁੰਦਾ।
ਭਾਈ ਗੁਰਦਾਸ ਜੀ ਕਹਿੰਦੇ ਸਾਡੀ ਹਾਲਤ ਅਸਲ ਦੇ ਵਿੱਚ ਕਿਹੋ ਜੀ ਬਣ ਚੁੱਕੀ ਆ, ਇੰਨੀ ਕੀਮਤੀ ਵਸਤੂ ਨੂੰ ਅਸੀਂ ਜਾਣ ਹੀ ਨਹੀਂ ਸਕੇ। ਜਿਵੇਂ ਇੱਕ ਬੱਚੇ ਦੇ ਹੱਥ ਦੇ ਵਿੱਚ ਕੋਈ ਕੀਮਤੀ ਵਸਤੂ ਦੇ ਦਿਓ ਤੇ ਬੱਚੇ ਦੇ ਨਜ਼ਰੀਏ ਅੰਦਰ ਖਿਡੌਣਾ ਹੀ ਹੁੰਦਾ। ਚੰਗਾ ਮਹਿੰਗਾ ਮੋਬਾਈਲ ਦੇ ਦਿਓ, ਬੱਚੇ ਨੂੰ ਖੇਡਣ ਲੱਗ ਪਏਗਾ, ਉਹ ਨਹੀਂ ਕੀਮਤ ਜਾਣਦਾ। ਚੰਗੀ ਕੀਮਤੀ ਵਸਤੂ ਬੱਚੇ ਨੂੰ ਦੇ ਦਿਓ, ਬੱਚੇ ਦੀ ਨਿਗਾਹ ਦੇ ਵਿੱਚ ਸਿਰਫ ਇੱਕ ਖਿਡੌਣਾ ਹੋਵੇਗਾ, ਕੀਮਤ ਦਾ ਪਤਾ ਨਹੀਂ ਹੁੰਦਾ। ਇਹੀ ਹਾਲਤ ਸਾਡੀ ਬਣ ਚੁੱਕੀ ਆ। ਗੁਰੂ ਸਾਹਿਬ ਕਹਿੰਦੇ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਕੀਮਤ ਨਹੀਂ ਜਾਣਦਾ ਬੰਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਆ ਰਤਨ ਮਣੀ ਗਲ ਬਾਂਦਰੇ, ਉਹ ਕੀਮ ਨਾ ਜਾਣੈ, ਕੜਛੀ ਸਾਉ ਨਾ ਸੰਭਲੈ, ਭੋਜਨ ਰਸ ਖਾਣੇ। ਇੱਕ ਬਾਂਦਰ ਦੇ ਗਲ ਦੇ ਵਿੱਚ ਨਾ ਕਿਸੇ ਨੇ ਰਤਨਾਂ ਦੀ ਮਣੀ ਪਾ ਦਿੱਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਮਾਲਕ ਸੀ, ਉਹਨੇ ਰੱਖਿਆ ਸੀ, ਬੜੇ ਚਾਅ ਦੇ ਨਾਲ ਰਤਨਾਂ ਦੀ ਮਣੀ ਲਿਆਂਦੀ, ਮਾਲਾ ਲਿਆਂਦੀ, ਗਲ ਦੇ ਵਿੱਚ ਪਾਈ ਤੇ ਬਾਂਦਰ ਨੂੰ ਪੁੱਛਿਆ ਵੀ ਦੱਸ ਕਿਵੇਂ ਦੀ ਲੱਗਦੀ ਆ। ਹੁਣ ਉਹਨੇ ਕੀ ਕੀਤਾ, ਇੱਕ ਪਟੂਸਲੀ ਮਾਰੀ, ਛਾਲ ਮਾਰੀ ਤੇ ਪਾਸੇ ਹੋ ਕੇ ਨਾ ਥੋੜਾ ਜਿਹਾ ਦੂਰ ਇੱਕ ਪੱਥਰ ਦੇ ਉੱਤੇ ਰੱਖ ਕੇ ਮਾਲਾ ਗਲੋਂ ਲਾਹ ਕੇ ਤੇ ਦੂਜੇ ਪੱਥਰ ਦੇ ਨਾਲ ਕੁੱਟਣ ਲੱਗ ਪਿਆ ਤੇ ਚਿਰੜ ਚਿਰੜ ਕਰੇ, ਕਹਿੰਦਾ ਵੀ ਐਵੇਂ ਦੀ ਲੱਗਦੀ ਆ। ਭਾਈ ਗੁਰਦਾਸ ਜੀ ਕਹਿੰਦੇ ਆ ਹਾਲਤ ਸਾਡੀ ਬਣੀ ਪਈ ਆ। ਰਤਨਾਂ ਦੀ ਮਣੀ ਬਾਂਦਰ ਦੇ ਗਲ ਦੇ ਵਿੱਚ ਹੋਵੇ ਤੇ ਕੀ ਸਾਰ ਜਾਣੇ ਹੋਗੀ। ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਰਤਨ ਮਣੀ ਗਲ ਬਾਂਦਰੇ। ਜਿਹੜੀਆਂ ਗੱਲਾਂ ਤੋਂ ਗੁਰੂ ਨੇ ਡੱਕਿਆ ਨਾ, ਉਧਰ ਨੂੰ ਬੰਦਾ ਤੁਰਿਆ ਜਾਂਦਾ ਫੇਰ। ਤੇ ਜਾਣ ਬੁੱਝ ਕੇ ਆਏ। ਬਾਬਾ ਕਬੀਰ ਸਾਹਿਬ ਜੀ ਦਾ ਬਚਨ ਸਾਹਮਣੇ ਰੱਖੋ। ਉਹ ਕਹਿੰਦੇ ਆ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਨ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਹੇ ਕਬੀਰ, ਮਨ ਜਾਣਦਾ ਬੰਦਾ ਵੀ ਮੈਂ ਗਲਤੀ ਕਰ ਰਿਹਾ, ਪਰ ਜਾਣ ਬੁੱਝ ਕੇ ਗਲਤੀ ਕਰ ਰਿਹਾ ਤੇ ਇਹੋ ਜਿਹੇ ਬੰਦੇ ਦੀ ਹਾਲਤ ਭਲਾ ਕੀ ਆ। ਹਨੇਰੇ ਦੇ ਵਿੱਚ ਤੁਰਿਆ ਜਾਂਦਾ ਤੇ ਹੱਥ ਦੇ ਵਿੱਚ ਦੀਵਾ, ਤਾਂ ਵੀ ਖੂਹ 'ਚ ਜਾ ਡਿੱਗਾ, ਟੋਏ 'ਚ ਡਿੱਗ ਪਿਆ। ਕੀ ਇਲਾਜ ਇਹੋ ਜਿਹੇ ਬੰਦੇ ਦਾ? ਬੰਦਾ ਅੰਨਾ ਹੋਵੇ ਤੇ ਅੰਨੇ ਦਾ ਤੇ ਕੋਈ ਨਾ ਕੋਈ ਇਲਾਜ ਉਹਦੀ ਹਮਦਰਦੀ ਹੋਵੇਗੀ, ਕੋਈ ਨਾ ਕੋਈ ਉਹਦੇ ਨਾਲ ਹਮਦਰਦੀ ਕਰੇਗਾ ਵੀ ਬੰਦਾ ਖੂਹ ਦੇ ਵਿੱਚ ਖਾਤੇ 'ਚ ਡਿੱਗ ਪਿਆ ਤੇ ਇਹਨੂੰ ਚੁੱਕੋ, ਇਹਨੂੰ ਉਠਾਓ। ਇੱਕ ਤੇ ਬੰਦਾ ਅੰਨਾ ਤੇ ਦੂਜਾ ਹੈ ਹਨੇਰਾ, ਪਰ ਬੰਦਾ ਵੀ ਸਜਾਖਾ ਹੋਵੇ ਤੇ ਹੱਥ 'ਚ ਦੀਵਾ ਵੀ ਹੋਵੇ ਤਾਂ ਵੀ ਬੰਦਾ ਡਿੱਗ ਪਵੇ। ਫਿਰ ਬਾਬਾ ਕਬੀਰ ਸਾਹਿਬ ਕਹਿੰਦੇ ਸੋਚਣਾ ਪਏਗਾ ਇਹ ਕਿਹੜੀ ਸਿਆਣਪ ਸੀ ਬੰਦੇ ਦੀ, ਖੂਹ 'ਚ ਜਾ ਡਿੱਗਾ। ਭਾਈ ਗੁਰਦਾਸ ਜੀ ਕਹਿੰਦੇ ਰਤਨ ਮਣੀ ਗਲ ਬਾਂਦਰੇ, ਉਹ ਕੀਮ ਨਾ ਜਾਣੈ, ਕੜਛੀ ਸਾਉ ਨਾ ਸੰਭਲੈ, ਭੋਜਨ ਰਸ ਖਾਣੈ। ਕੜਛੀ ਹਰ ਇੱਕ ਭੋਜਨ ਦੇ ਵਿੱਚ ਫਿਰਦੀ ਆ, ਪਰ ਸਵਾਦ ਕਿਸੇ ਭੋਜਨ ਦਾ ਵੀ ਨਹੀਂ ਜਾਣਦੀ। ਹੈਰਾਨੀ ਵਾਲੀ ਗੱਲ ਆ, ਹਰ ਇੱਕ ਭੋਜਨ ਦੇ ਵਿੱਚ, ਹਰ ਇੱਕ ਖਾਣੇ 'ਚ ਰਹਿੰਦੀ ਹੋਈ ਕਿਸੇ ਖਾਣੇ ਦਾ ਸਵਾਦ ਨਹੀਂ ਜਾਣਦੀ। ਡੱਡੂ ਚਿੱਕੜ ਵਾਸ ਹੈ, ਕਮਲੇ ਨਾ ਸਿਆਣੇ। ਡੱਡੂ ਚਿੱਕੜ 'ਚ ਵਸਦਾ ਪਰ ਕਮਲ ਦੀ ਸਾਰ ਨਹੀਂ ਜਾਣਦਾ। ਚਿੱਕੜ 'ਚ ਬੈਠਾ ਹੋਇਆ, ਉਸੇ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਰਹਿੰਦਾ। ਪਰ ਭਾਈ ਗੁਰਦਾਸ ਜੀ ਕਹਿੰਦੇ ਬਦਕਿਸਮਤੀ ਇਹ ਡੱਡੂ ਦੀ, ਜਿਹੜਾ ਸਮਝ ਨਹੀਂ ਰਿਹਾ ਵੀ ਕਮਲ ਵੀ ਇੱਥੇ ਰਹਿੰਦਾ, ਪਰ ਭੌਰਾ ਬੜੀ ਦੂਰੋਂ ਆਇਆ ਤੇ ਭੌਰੇ ਨੇ ਮਕਰੰਦ ਚੂਸੀ, ਉਹ ਇਸ ਫੁੱਲ ਦਾ ਰਸ ਚੂਸ ਗਿਆ, ਪਰ ਡੱਡੂ ਕੋਲ ਰਹਿੰਦਾ ਹੋਇਆ ਵੀ ਵਾਂਝਾ ਰਹਿ ਗਿਆ। ਇਹ ਹਾਲਤ ਆ ਬੰਦੇ ਦੀ। ਹੁਣ ਦੁਨੀਆ ਦੇ ਬਾਕੀ ਧਰਮ ਤੇ ਸਮਝ ਰਹੇ ਆ ਗੋਰਿਆਂ ਨੂੰ ਸਮਝ ਲੱਗਦੀ ਜਾਂਦੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ। ਬਾਕੀ ਹੋਰ ਵੀ ਕਈ ਵਾਰੀ ਖਬਰਾਂ ਆਉਂਦੀਆਂ, ਕਈ ਮੁਸਲਮਾਨ ਵੀਰ ਵੀ ਸਪੀਚ ਦਿੰਦੇ, ਮੈਂ ਸੁਣਿਆ ਵੀ ਸਾਨੂੰ ਸਮਝ ਲੱਗੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ, ਪਰ ਸਿੱਖਾਂ ਨੂੰ ਸਮਝ ਨਹੀਂ ਲੱਗ ਰਹੀ, ਪਤਾ ਨਹੀਂ ਕੀ ਕਾਰਨ ਹੈ। ਸਾਡੀ ਗੱਲ ਸਮਝ 'ਚ ਨਹੀਂ ਪੈ ਰਹੀ ਵੀ ਮਹਾਰਾਜ ਕੀ ਕਹਿਣਾ ਚਾਹੁੰਦੇ ਆ। ਇਹ ਫੇਰ ਉਸੇ ਰਸਤੇ ਦੇ ਉੱਤੇ ਤੁਰੇ ਜਾਂਦੇ ਆ, ਮੜੀਆਂ ਮਸਾਣਾ ਮੱਠਾਂ ਦੀ ਪੂਜਾ, ਦੇਹ ਧਾਰੀਆਂ ਦੀ,
ਉਸੇ ਤਰ੍ਹਾਂ ਹੀ ਦੀਵੇ ਤੇ ਜੋਤਾਂ ਦੇ ਦਿਵਾਲੇ ਦੁਆਲੇ ਤੁਰੇ ਫਿਰਨਾ। ਬਾਬਾ ਕਬੀਰ ਸਾਹਿਬ ਕਹਿੰਦੇ ਕਿਹੜੀ ਸਿਆਣਪ ਆਈ, ਜਾਣ ਬੁੱਝ ਕੇ ਕਰਮਕਾਂਡ ਕਰੀ ਜਾਂਦੇ ਆ। ਪਤਾ ਵੀ ਆ ਵੀ ਗੁਰੂ ਪਾਤਸ਼ਾਹ ਸਮਝਾ ਰਹੇ ਆ, ਪਰ ਫੇਰ ਵੀ ਬੇਸਮਝੀ ਦੇ ਨਾਲ ਸਹਿਮਤੀ ਆ। ਭਾਈ ਗੁਰਦਾਸ ਜੀ ਕਹਿੰਦੇ ਫੇਰ ਇਹੀ ਹਾਲਤ ਆ ਨਾ ਵੀ ਡੱਡੂ ਰਹਿੰਦਾ ਵੀ ਚਿੱਕੜ 'ਚ ਹੈ, ਪਰ ਕੰਵਲ ਦਾ ਫੁੱਲ ਵੀ ਉੱਥੇ ਹੀ ਆ, ਨਹੀਂ ਸਮਝਦਾ ਨਹੀਂ ਜਾਣਦਾ। ਨਾਭ ਕਥੂਰੀ ਮਿਰਗ ਜਿਉਂ ਫਿਰਦਾ ਹੈਰਾਣੈ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਹਿਰਨ ਦੀ ਨਾਭੀ 'ਚ ਹੁੰਦੀ ਨਾ ਕਸਤੂਰੀ, ਤੇ ਵਿਚਾਰਾ ਬਾਹਰ ਭੱਜਾ ਦੌੜਾ ਫਿਰਦਾ ਵੀ ਇਹ ਖੁਸ਼ਬੂ ਕਿਤੇ ਆਉਂਦੀ ਆ, ਪਤਾ ਨਹੀਂ ਕਿੱਥੋਂ ਆ ਰਹੀ। ਬਹੁਤ ਪਰੇਸ਼ਾਨੀ ਦੇ ਵਿੱਚ ਪੈ ਜਾਂਦਾ ਉਹ। ਇਹ ਗੱਲ ਸਮਝ 'ਚ ਨਹੀਂ ਉਹਦੀ 'ਚ ਪੈਂਦੀ ਵੀ ਜਿਹੜੀ ਖੁਸ਼ਬੂ ਆ ਰਹੀ ਆ ਅਸਲ ਦੇ ਵਿੱਚ ਮੇਰੀ ਆਪਣੀ ਨਾਭੀ ਦੇ ਵਿੱਚ ਕਸਤੂਰੀ ਆ, ਪਰ ਉਸ ਕਸਤੂਰੀ ਤੋਂ ਵਾਂਝਾ ਹੋਇਆ ਨਾ ਜਾਣਦਾ ਹੋਇਆ ਬੰਦਾ ਸਾਧ ਸੰਗਤ ਕਰਾਏ ਪਿਆ ਹੋਇਆ। ਹਾਲਤ ਕੀ ਆ ਹਿਰਨ ਵਾਲੀ। ਭਾਈ ਗੁਰਦਾਸ ਜੀ ਕਹਿੰਦੇ ਇਹ ਬਣਿਆ ਪਿਆ ਬੰਦੇ ਦਾ ਹਾਲ। ਅਖੀਰ ਦੇ ਉੱਤੇ ਇੱਕ ਬੜੀ ਪਿਆਰੀ ਗੱਲ ਕੀਤੀ, ਆਖਿਆ ਗੁੱਜਰ ਗੋਰਸ ਵੇਚ ਕੇ ਖੜ ਸੂੜੀ ਆਣੈ। ਜਿਵੇਂ ਗੁੱਜਰ ਮੱਝਾਂ ਰੱਖਦਾ ਨਾ, ਬੜੀਆਂ ਮੱਝਾਂ ਹੁੰਦੀਆਂ ਗੁੱਜਰਾਂ ਦੇ ਕੋਲ, ਦੁੱਧ ਚੋਂਦੇ ਆ ਵੇਚਦੇ ਆ, ਪਰ ਹੈਰਾਨੀ ਵਾਲੀ ਗੱਲ ਇਹ ਆ ਵੀ ਗੁੱਜਰ ਦੁੱਧ ਵੇਚਦਾ ਤੇ ਤੂੜੀ ਲੈ ਆਉਂਦਾ, ਖਲ ਲੈ ਆਉਂਦਾ, ਭੋ ਲੈ ਆਉਂਦਾ, ਪਰ ਦੁੱਧ ਦੇ ਆਉਂਦਾ, ਦੁੱਧ ਨਹੀਂ ਰੱਖਦਾ। ਇਸੇ ਤਰ੍ਹਾਂ ਬੇਮੁਖ ਮੂਲੋਂ ਖੁੱਥਿਆ ਦੁੱਖ ਸਹੇ ਜਮਾਣੇ। ਬੇਮੁਖ ਬੰਦੇ ਦੀ ਵੀ ਹੈ ਹੀ ਹਾਲਤ ਆ, ਮੂਲ ਨਾਲੋਂ ਟੁੱਟਾ ਪਿਆ। ਤੇ ਮਹਾਰਾਜ ਕਹਿੰਦੇ ਆਖਰਕਾਰ ਜਿਸ ਤਰ੍ਹਾਂ ਦੀ ਬੰਦੇ ਦੀ ਸੰਗਤ ਹੁੰਦੀ ਆ ਉਸੇ ਤਰ੍ਹਾਂ ਦਾ ਹੀ ਪ੍ਰਭਾਵ ਪਏਗਾ ਨਾ। ਹੁਣ ਗੁਰੂ ਨਾਨਕ ਸਾਹਿਬ ਨੂੰ ਆਪਾਂ ਪੜ੍ਹ ਲੈਂਦੇ ਹਾਂ, ਮਹਾਰਾਜ ਨੂੰ ਪੁੱਛ ਲੈਂਦੇ ਹਾਂ ਵੀ ਸੰਗਤ ਦਾ ਪ੍ਰਭਾਵ ਕਿਵੇਂ ਪੈਂਦਾ ਬਾਬਾ। ਤੇ ਮਹਾਰਾਜ ਕਹਿੰਦੇ ਆ ਚੋਰਾਂ ਯਾਰਾਂ ਰੰਡੀਆਂ ਕੂਟੜੀਆਂ ਦੀ ਬਾਣ, ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ, ਸਿਫਤੀ ਸਾਰ ਨਾ ਜਾਣਨੀ ਸਦਾ ਵਸੇ ਸ਼ੈਤਾਨ, ਗਦ ਹੋ ਚੰਦਨ ਖੌਲੀਐ ਭੀ ਸਾਹੂ ਸਿਉ ਪਾਣ। ਮਹਾਰਾਜ ਕਹਿੰਦੇ ਆ ਹਾਲਤ ਆ, ਜਿਹੋ ਜਿਹਾ ਬੰਦੇ ਦਾ ਸੁਭਾਅ ਬਣ ਜਾਂਦਾ ਨਾ, ਸੁਭਾਅ ਛੱਡਣ ਲਈ ਤਿਆਰ ਨਹੀਂ ਹੁੰਦਾ। ਕਿਉਂਕਿ ਸੁਭਾਅ ਬਣ ਗਿਆ ਬੰਦੇ ਦਾ, ਉਹ ਆਪਣੇ ਸੁਭਾਅ ਵਾਲੇ ਲੋਕਾਂ ਨੂੰ ਲੱਭਦਾ ਰਹਿੰਦਾ ਵੀ ਕਿਤੇ ਮੇਰੇ ਸੁਭਾਅ ਵਾਲਾ ਬੰਦਾ ਮਿਲ ਜੇ ਨਾ ਤੇ ਜ਼ਿੰਦਗੀ ਆਨੰਦਮਈ ਬਣ ਜੇ। ਸ਼ਰਾਬੀ ਬੰਦੇ ਨੂੰ ਕੀ ਚਾਹੀਦਾ ਹੁੰਦਾ? ਸ਼ਰਾਬੀ ਬੰਦਾ, ਗੁਰੂ ਸਾਹਿਬ ਕਹਿੰਦੇ ਜਿੱਦਾਂ ਦਾ ਸੁਭਾਅ ਬੰਦਾ ਪਾਲ ਲੈਂਦਾ ਨਾ, ਉਦਾਂ ਦੀ ਫਿਰ ਸੰਗਤ ਢੂੰਡਦਾ ਰਹਿੰਦਾ, ਭਾਵੇਂ 7 ਸਮੁੰਦਰਾਂ ਤੋਂ ਪਾਰ ਆ ਜੇ ਬੰਦਾ। ਚੋਰਾਂ ਯਾਰਾਂ ਰੰਡੀਆਂ, ਇਹਦੇ ਅਰਥ ਬੜੇ ਖਤਰਨਾਕ ਆ। ਬਾਬੇ ਨਾਨਕ ਦੇ ਵਾਕ ਆਏ। ਆਮ ਬੰਦੇ ਦੀ ਗੱਲ ਹੋਵੇ ਤੇ ਸ਼ਾਇਦ ਹੋ ਸਕਦਾ ਵੀ ਕੋਈ ਉੱਠ ਕੇ ਗਲੋਂ ਹੀ ਫੜ ਲੇ ਵੀ ਇਹੋ ਜਿਹੇ ਬਚਨ ਕਿਉਂ ਬੋਲੀ ਜਾਂਦੇ ਜੋ, ਪਰ ਇਹ ਬਚਨ ਗੁਰੂ ਨਾਨਕ ਸਾਹਿਬ ਦੇ ਆ ਤੇ ਗੁਰਬਾਣੀ ਦੇ ਵਿੱਚ ਲਿਖੇ ਆ। ਕੂਟੜੀਆਂ ਦੀ ਬਾਣ ਵੇ ਦੀਨਾ ਕੀ ਦੋਸਤੀ। ਵੇ ਦੀਨ ਕੌਣ ਹੁੰਦੇ ਆ? ਧਰਮੀ ਲੋਕ, ਜਿਨ੍ਹਾਂ ਦਾ ਧਰਮ ਨਾਲ ਸੰਬੰਧ ਕੋਈ ਨਾ ਹੋਵੇ, ਚੰਗਿਆਈ ਦੇ ਨਾਲ ਸੰਬੰਧ ਕੋਈ ਨਾ ਹੋਵੇ, ਬਰਿਆਈ ਵਾਲੇ ਪਾਸੇ ਨੂੰ ਤੁਰਨਾ, ਬੁਰੇ ਵਾਲੇ ਪਾਸੇ ਨੂੰ ਤੁਰਨਾ, ਬੁਰਾ ਸੋਚਣਾ, ਬੁਰਾ ਕਰਨਾ ਤੇ ਬੁਰਾ ਬੋਲਣਾ, ਬੁਰਾ ਖਾਣਾ, ਉਦਾਂ ਦੀ ਸੰਗਤ ਚਾਹੀਦੀ ਆ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਸਿਫਤੀ ਸਾਰ ਨਾ ਜਾਣ। ਉਹ ਅਸਲ ਦੇ ਵਿੱਚ ਸਿਫਤ ਦੀ ਸਾਰ ਹੀ ਨਹੀਂ ਜਾਣਦੇ, ਗੁਰੂ ਸਾਹਿਬ ਦੇ ਨਿਯਮਾਂ ਦੇ ਮੁਤਾਬਕ ਨਹੀਂ ਚੱਲ ਸਕਦੇ। ਉਹਨਾਂ ਨੂੰ ਗੁਰੂ ਦਾ ਬਣਾਇਆ ਹੋਇਆ ਕਾਨੂੰਨ ਨਹੀਂ ਪਸੰਦ ਆਉਂਦਾ। ਬੇਪਸੰਦ ਆਦਮੀ ਹੁੰਦੇ ਆ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਹਾਲਤ ਕਿੱਦਾਂ ਦੀ ਹੁੰਦੀ ਆ? ਗਦ ਹੋ ਚੰਦਨ ਖੌਲੀਐ। ਖੋਤੇ ਨੂੰ ਚੰਦਨ ਮਲ ਦਿੱਤਾ ਜਾਏ ਨਾ, ਨਵਾਲ ਧਵਾਲ ਕੇ ਚੰਗੀ ਤਰ੍ਹਾਂ। ਗੁਰੂ ਨਾਨਕ ਸਾਹਿਬ ਦਾ ਬਚਨ ਆ, ਖੋਤੇ ਨੂੰ ਨਵਾਲ ਕੇ ਚੰਗੀ ਤਰ੍ਹਾਂ ਤੇ ਉਹਦੇ ਤੇ ਫੇਰ ਕੋਈ ਸੁਗੰਧੀ ਮਲੀ ਜਾਵੇ ਵੀ
ਇਹਨੂੰ ਮੈਂ ਚੰਗੀ ਤਰ੍ਹਾਂ ਨਿਖਾਰ ਕੇ ਰੱਖ ਦੇਣਾ। ਪਰ ਹੋਵੇਗਾ ਕੀ, ਖੋਤੇ ਦਾ ਨਾਤਾ ਜਿਹੜਾ ਉਹਦੇ ਤੇ ਸੁਗੰਧੀਆਂ ਮਲੀਆਂ ਹੋਣ, ਉਹਦੇ ਤੇ ਅਤਰ ਛਣਕਾਇਆ ਹੋਵੇ, ਤੇ ਖੋਤੇ ਦਾ ਸੁਭਾਅ ਤਾਂ ਨਹੀਂ ਨਾ ਬਦਲ ਸਕਦਾ। ਆਖਰ ਫੇਰ ਕੀ ਹੁੰਦਾ, ਖੋਤਾ ਫੇਰ ਰੂੜੀ ਲੱਭਦਾ ਵੀ ਕਿੱਥੇ ਗਜਿਆ, ਕਿਉਂਕਿ ਲੇਟਣਾ ਉਹਨੇ। ਗੁਰੂ ਨਾਨਕ ਸਾਹਿਬ ਕਹਿੰਦੇ ਗਧੋ ਚੰਦਨ ਖੋਲੀਐ, ਭੀ ਸ਼ਾਹੂ ਸਿਓ ਪਾਣ, ਸਵਾਹ ਦੇ ਨਾਲ ਸੰਬੰਧਿਆ ਨਹੀਂ ਸਮਝਦਾ ਗੱਲ। ਮਹਾਰਾਜ ਕਹਿੰਦੇ ਆ ਜਿੰਨਾ ਮਰਜੀ ਬੇਮੁਖ ਬੰਦੇ ਨੂੰ ਸਮਝਾਓ ਨਹੀਂ ਸਮਝਦਾ, ਆਪਣਾ ਸੁਭਾਅ ਤਬਦੀਲ ਕਰਨ ਲਈ ਤਿਆਰ ਨਹੀਂ ਹੁੰਦਾ। ਤੇ ਗੁਰੂ ਪਾਤਸ਼ਾਹ ਜੀ ਨੇ ਸੁਭਾਅ ਨੂੰ ਬਦਲਣ ਦੀ ਗੱਲ ਕੀਤੀ ਆ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦੇ ਸੁਭਾਅ ਦੇ ਮੁਤਾਬਕ ਚੱਲਦਾ ਨਾ, ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਹੜੀ ਗੱਲ ਗੁਰੂ ਕਹਿੰਦਾ ਉਹਨੂੰ ਮੰਨ ਬੰਦਿਆ, ਆਖਰਕਾਰ ਤੇ ਫੇਰ ਹੀ ਤਬਦੀਲੀ ਆਏਗੀ ਨਾ। ਹੁਣ ਜਿਨ੍ਹਾਂ ਦੇ ਅੰਦਰ ਤਬਦੀਲੀ ਆ ਗਈ, ਉਮਰ ਦਾ ਲਿਹਾਜ਼ ਨਹੀਂ ਵੇਖਿਆ ਜਾਂਦਾ। ਮੈਂ ਇੱਕ ਬੇਨਤੀ ਕਰਾਂ, ਤਬਦੀਲੀ ਆ ਜੇ ਤੇ ਭਾਵੇਂ 7 ਸਾਲ ਦੀ ਉਮਰ 'ਚ ਹੀ ਆ ਜੇ। ਛੋਟੇ ਸਾਹਿਬਜ਼ਾਦਿਆਂ ਦੇ ਅੰਦਰ ਤਬਦੀਲੀ ਆਈ ਤੇ ਜਿਸ ਉਹਨਾਂ ਮਿਸ਼ਨ ਤੇ ਪਹੁੰਚਣਾ ਸੀ ਪਹੁੰਚ ਗਏ। ਜੇ ਤਬਦੀਲੀ ਨਾ ਆਵੇ ਤੇ ਭਾਵੇਂ ਉਮਰ 80 ਸਾਲ ਦੀ ਹੋ ਜੇ, ਉਮਰ ਦੇ ਨਾਲ ਕੀ ਲਿਹਾਜ਼ ਹੈ। ਕਈ ਵਾਰੀ ਬੰਦਾ 80 ਸਾਲ ਦੀ ਉਮਰ ਦੇ ਵਿੱਚ ਵੀ ਰਾਏ ਨਹੀਂ ਪੈਂਦਾ। ਤੇ ਜਿਹੜੇ ਲੋਕ ਪਰਮਾਤਮਾ ਦੇ ਦੱਸੇ ਹੋਏ ਰਾਹ ਤੇ ਤੁਰ ਪੈਂਦੇ ਆ ਨਾ, ਉਹਦਾ ਕਾਰਨ ਇਹ ਆ ਵੀ ਉਹਨਾਂ ਨੂੰ ਮਾਹੌਲ ਮਿਲ ਜਾਂਦਾ। ਜਦੋਂ ਮਾਹੌਲ ਮਿਲ ਜਾਏ, ਕਾਰੀਗਰ ਮਿਲ ਜਾਏ, ਫਿਰ ਉਹਨਾਂ ਦਾ ਜੀਵਨ ਘੜਿਆ ਜਾਂਦਾ। ਕਿਉਂਕਿ ਗੁਰੂ ਇੱਕ ਐਸਾ ਸੁਨਿਆਰ ਆ ਜਿਹੜਾ ਇਸ ਸੋਨੇ ਦੀ ਡਲੀ ਦਾ ਗਹਿਣਾ ਬਣਾ ਕੇ ਰੱਖ ਦਿੰਦਾ। ਗੁਰੂ ਇੱਕ ਐਸਾ ਦਰਜੀ ਆ, ਐਸਾ ਟੇਲਰ ਆ ਜਿਹੜਾ ਬੇਕਾਰ ਕੱਪੜੇ ਨੂੰ ਵੀ ਪਾਉਣ ਦੇ ਲਾਇਕ ਬਣਾ ਦਿੰਦਾ। ਗੁਰੂ ਇੱਕ ਐਸਾ ਘੁਮਿਆਰ ਆ ਜਿਹੜਾ ਚੜਾ ਕੇ ਚੱਕ ਤੇ ਬਹੁਤ ਸੋਹਣਾ ਵਧੀਆ ਭਾਂਡਾ ਤਿਆਰ ਕਰ ਲੈਂਦਾ। ਪਰ ਗੁਰੂ ਦੇ ਵਸ ਤੇ ਬੰਦਾ ਪਵੇ। ਗੁਰੂ ਸਾਹਿਬ ਕਹਿੰਦੇ ਇੱਥੇ ਉਮਰ ਦਾ ਲਿਹਾਜ਼ ਨਹੀਂ। ਜਿਹਨੂੰ ਗੱਲ ਸਮਝ ਦੇ ਵਿੱਚ ਆ ਜਾਂਦੀ ਆ, ਇੱਥੇ ਤੇ ਬੱਚੇ ਬੁੱਢੇ ਜਵਾਨ ਸਾਰੇ ਗੁਰੂ ਪਾਤਸ਼ਾਹ ਦੇ ਦਰ ਤੇ ਹੋਏ ਪ੍ਰਵਾਨ। ਕਿਤੇ ਇਤਿਹਾਸ ਪੜ੍ਹ ਕੇ ਵੇਖੋ, ਜਦੋਂ ਗੁਰੂ ਦੀ ਗੱਲ ਸਮਝ 'ਚ ਆਈ ਤੇ ਗੱਲ ਅਮੀਰ ਤੇ ਗਰੀਬ ਦੀ ਵੀ ਨਹੀਂ ਰਹਿ ਗਈ। ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਜਦੋਂ ਕਿਤੇ ਆਪਾਂ ਛੇੜਦੇ ਹਾਂ ਤੇ ਆਖਰਕਾਰ ਸਰਹੰਦ ਦੇ ਵਿੱਚ ਰਹਿਣ ਵਾਲਾ ਇੱਕ ਮੋਤੀ ਰਾਮ ਮਹਿਰਾ, ਜਦੋਂ ਮੈਂ ਉਹਦੇ ਇਤਿਹਾਸ ਨੂੰ ਪੜ੍ਹਿਆ ਤੇ ਬੜਾ ਗਰੀਬ ਆਦਮੀ ਆ, ਗਰੀਬ ਆ, ਲੋੜਵੰਦ ਪਰਿਵਾਰ ਦੇ ਵਿੱਚੋਂ ਪੈਦਾ ਹੋਇਆ ਬੰਦਾ। ਆਖਰਕਾਰ ਦੁਨੀਆ ਦੀਆਂ ਬਣਾਈਆਂ ਹੋਈਆਂ ਜਾਤਾਂ ਦੇ ਮੁਤਾਬਕ ਉਹ ਇੱਕ ਮਹਿਰਾ ਬਰਾਦਰੀ ਦੇ ਵਿੱਚੋਂ ਪੈਦਾ ਹੋਇਆ। ਰੱਬ ਦੀਆਂ ਬਣਾਈਆਂ ਨਹੀਂ ਗੀਆਂ ਇਹ ਜਾਤਾਂ। ਕਿਤੇ ਸਮਾਂ ਮਿਲਿਆ ਇਹਦੇ ਤੇ ਵੀ ਆਪਾਂ ਵਿਚਾਰ ਕਰ ਲਾਂਗੇ, ਕਿਉਂਕਿ ਮੌਕਾ ਘੱਟ ਮਿਲਦਾ ਵਿਚਾਰ ਕਰਨ ਨੂੰ। ਜੇ ਕਿਤੇ ਸਮਾਂ ਮਿਲਿਆ ਫਿਰ ਆਪਾਂ ਇਹਦੇ ਤੇ ਜ਼ਰੂਰ ਵਿਚਾਰ ਕਰਾਂਗੇ ਵੀ ਇਹ ਜਾਤਾਂ ਬਣਾਈਆਂ ਕਿੰਨੇ ਅਸਲ ਦੇ ਵਿੱਚ, ਇਹ ਬਿਮਾਰੀ ਪੈਦਾ ਕਿੱਥੋਂ ਹੋਈ। ਮੋਤੀ ਰਾਮ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਨਿੱਕੀ ਜਿਹੀ ਨੌਕਰੀ ਕਰਦਾ। ਵਜ਼ੀਰ ਖਾਂ ਦੇ ਉਸ ਮਹਿਕਮੇ ਦੇ ਵਿੱਚ ਹਿੰਦੂ ਲਾਂਗਰੀ ਆਓ, ਹਿੰਦੂ ਕੈਦੀਆਂ ਦਾ ਲੰਗਰ ਬਣਾਉਂਦਾ ਸੀ। ਪਰ ਜਿਸ ਵੇਲੇ ਗੁਰੂ ਦੀ ਗੱਲ ਸਮਝ ਦੇ ਵਿੱਚ ਆਈ, ਉਹ ਬੰਦਾ ਕੋਲੂ ਦੇ ਵਿੱਚ ਪੀੜ ਕੇ ਖਤਮ ਕੀਤਾ ਗਿਆ, ਸ਼ਹੀਦ ਕੀਤਾ ਗਿਆ। ਪਰ ਆਪਣੇ ਮਿਸ਼ਨ ਤੋਂ ਉਹ ਬੰਦਾ ਬਿਲਕੁਲ ਪਿੱਛੇ ਨਹੀਂ ਹਟਿਆ। ਆਪਣੇ ਸਟੈਂਡ ਤੋਂ, ਆਪਣੇ ਐਂਗਲ ਤੋਂ ਪੈਰ ਪਿੱਛੇ ਨਹੀਂ ਰੱਖਿਆ। ਕਿਉਂਕਿ ਜਦੋਂ ਗੁਰੂ ਦਾ ਪੱਲਾ ਪਕੜ ਕੇ ਬੰਦਾ ਚੱਲਦਾ, ਫਿਰ ਸਾਧ ਸੰਗਤ ਉਸ ਮਨੁੱਖ ਦੇ ਅੱਗੇ ਜਿੰਨੀਆਂ ਮਰਜ਼ੀ ਹਨੇਰੀਆਂ ਤੇ ਤੂਫਾਨ ਖੜੇ ਹੋ ਜਾਣ,
ਜਿੰਨੀਆਂ ਮਰਜ਼ੀ ਰੁਕਾਵਟਾਂ ਆ ਜਾਣ, ਕਦੇ ਉਹ ਬੰਦਾ ਸਚਾਈ ਦਾ ਪੱਲਾ ਨਹੀਂ ਛੱਡਦਾ। ਸਚਾਈ ਦਾ ਪੱਲਾ ਪਕੜ ਕੇ ਚੱਲਣ ਵਾਲੇ ਮਨੁੱਖ ਨੂੰ ਹੀ ਗੁਰੂ ਸਾਹਿਬ ਨੇ ਸਚਿਆਰ ਆਖਿਆ, ਤੇ ਬਰਿਆਈ ਦਾ ਪੱਲਾ ਛੱਡਣ ਦੀ ਹੀ ਗੁਰੂ ਸਾਹਿਬਾਂ ਨੇ ਗੁਰਬਾਣੀ 'ਚ ਪ੍ਰੇਰਨਾ ਕੀਤੀ ਆ। ਜਪਜੀ ਸਾਹਿਬ ਦੀ ਇੱਕੋ ਗੱਲ ਧਿਆਨ ਦੇ ਵਿੱਚ ਰੱਖਿਓ। ਗੁਰੂ ਸਾਹਿਬ ਕਹਿੰਦੇ ਆ ਵੀ ਮੈਂ ਸਚਿਆਰ ਬਣਾਉਣਾ ਚਾਹੁੰਦਾ। ਹੇ ਬੰਦੇ, ਜੇ ਤੂੰ ਸਚਿਆਰ ਬਣ ਜਾਏ ਤੇ ਸੱਚ ਕਰਕੇ ਜਾਣ, ਤੇਰਾ ਜੀਵਨ ਪਰਮਾਤਮਾ ਦੇ ਮੁਤਾਬਕ ਚੱਲ ਸਕਦਾ, ਤੂੰ ਸਫਲ ਹੋ ਸਕਦਾ, ਤੇਰਾ ਦੁਨੀਆ ਤੇ ਆਇਆ ਪ੍ਰਵਾਨ ਹੋ ਸਕਦਾ। ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ, ਕਊਆ ਕਾਗ ਕੋ ਅੰਮ੍ਰਿਤ ਰਸ ਪਾਈਏ, ਤ੍ਰਿਪਤ ਹੈ ਵਿਸ਼ਤਾ ਖਾਏ ਮੁਖ ਗੋਹੇ। ਕਾਂ ਦੇ ਅੱਗੇ ਮੱਖਣ ਦਾ ਪੇੜਾ ਰੱਖ ਦਈਏ ਨਾ, ਤੇ ਚੂਰੀ ਪਾ ਕੇ ਕਾਂ ਨੂੰ ਆਖੀਏ ਵੀ ਕਾਵਾਂ ਤੂੰ ਗੰਦਗੀ ਵਾਲੇ ਪਾਸੇ ਨਾ ਜਾਈ, ਤੈਨੂੰ ਤੇ ਮੱਖਣ ਦਿੱਤਾ, ਚੂਰੀ ਦਿੱਤੀ ਆ। ਪਰ ਕਾਂ ਕਦੇ ਵੀ ਸਾਧ ਸੰਗਤ ਐਸਾ ਨਹੀਂ ਵੀ ਉਹ ਮੱਖਣ ਖਾ ਕੇ, ਚੂਰੀ ਖਾ ਕੇ ਤੇ ਗੰਦਗੀ ਦੇ ਵਿੱਚ ਚੁੰਝ ਨਾ ਮਾਰੇ, ਕਿਉਂਕਿ ਉਹਦਾ ਸੁਭਾਅ ਹੀ ਬਣ ਚੁੱਕਾ ਵਾ, ਉਹਨੇ ਜਾਣਾ ਹੀ ਆ ਉਧਰ। ਗੁਰੂ ਸਾਹਿਬਾਂ ਨੇ ਇਸੇ ਕਰਕੇ ਆਖਿਆ ਸੀ, ਬੰਦਿਆ ਜੇ ਸੁਭਾਅ ਐਸਾ ਬਣ ਗਿਆ ਫਿਰ ਸੱਚ ਕਰਕੇ ਜਾਣੀ। ਪਸ਼ੂਆਂ ਨਾਲੋਂ ਵੀ ਤੂੰ ਥੱਲੇ ਆ, ਬੜੀ ਗਿਰਾਵਟ ਦੇ ਵਿੱਚ ਆ, ਤੇ ਜੇ ਤੇਰਾ ਸੁਭਾਅ ਇਨਸਾਨਾਂ ਵਾਲਾ ਹੋ ਗਿਆ ਫਿਰ ਤੂੰ ਰੱਬ ਦਾ ਰੂਪ ਆ। ਨਹੀਂ ਤੇ ਖਿਆਲ ਰੱਖੀ, ਸੰਸਾਰ ਦੇ ਵਿੱਚੋਂ ਮੈਂ ਸਭ ਤੋਂ ਉੱਤਮ ਪਦਵੀ ਤੈਨੂੰ ਦਿੱਤੀ ਆ, ਕਿਉਂਕਿ 1,84 ਜੂਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੈ, ਸੋ ਆਏ ਜਾਏ ਦੁੱਖ ਪਾਏਂਦਾ। ਗੁਰੂ ਸਾਹਿਬ ਕਹਿੰਦੇ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ, ਧ੍ਰਿਗ ਜੀਵਨ ਕਰਮ ਕਰੇ। ਇਸੇ ਕਰਕੇ ਜਦੋਂ ਪਾਤਸ਼ਾਹ ਜੀ ਨੇ ਕਿਤੇ ਚੋਣ ਕੀਤੀ ਨਾ, ਮੈਂ ਹੁਣ ਇੱਕ ਬੇਨਤੀ ਕਰਕੇ ਸਮਾਪਤੀ ਕਰ ਦੇਣੀ ਆ, ਕਿਉਂਕਿ ਸਮਾਂ ਸਮਾਪਤ ਆ। ਗੁਰੂ ਪਾਤਸ਼ਾਹ ਨੇ ਜਦੋਂ ਆਗੂਆਂ ਦੀ ਚੋਣ ਕੀਤੀ ਨਾ, ਤੇ ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਵੇਖਿਆ ਸੀ ਵੀ ਬੰਦਾ ਇਨਸਾਨੀਅਤ ਦੇ ਸੁਭਾਅ ਵਾਲਾ ਹੋਣਾ ਚਾਹੀਦਾ, ਬੰਦਾ ਗੁਰੂ ਦੀ ਮੱਤ ਵਾਲਾ ਹੋਣਾ ਚਾਹੀਦਾ। ਕਿਉਂਕਿ ਸੰਸਾਰ ਦੇ ਵਿੱਚ ਹਿਲਜੁਲ ਪਤਾ ਕਦੋਂ ਹੁੰਦੀ ਆ, ਜਦੋਂ ਯੋਗ ਪਦਵੀਆਂ ਦੇ ਉੱਤੇ ਅਯੋਗ ਆਦਮੀ ਬੈਠ ਜਾਣ, ਉਦੋਂ ਕਦੇ ਵੀ ਸਿਸਟਮ ਜਿਹੜਾ ਸਹੀ ਨਹੀਂ ਜੀ ਹੋ ਸਕਦਾ। ਮਹਾਰਾਜ ਚੰਗਾ ਕਿਉਂ ਬਣਾਉਣਾ ਚਾਹੁੰਦੇ ਹਰ ਇੱਕ ਬੰਦੇ ਨੂੰ? ਕੀ ਕਾਰਨ ਆ? ਮਹਾਰਾਜ ਨੇ ਕੀ ਲੈਣਾ ਵੀ ਹਰ ਇੱਕ ਬੰਦੇ ਨੂੰ ਕਹਿੰਦੇ ਵੀ ਤੂੰ ਚੰਗਾ ਬਣ, ਤੂੰ ਚੰਗਿਆਈ ਦਾ ਪੱਲਾ ਫੜ? ਕਿਉਂਕਿ ਰੱਬ ਨੂੰ ਪਤਾ ਵੀ ਇਸ ਬੰਦੇ ਨੇ ਸਮਾਜ 'ਚ ਬਹੁਤ ਜ਼ਿਆਦਾ ਕੰਮ ਕਰਨਾ, ਆਖਰਕਾਰ ਕਿਸੇ ਨਾ ਕਿਤੇ ਪਦਵੀ ਤੇ ਬਹਿਣਾ ਹੀ ਆ ਨਾ। ਬੰਦਾ ਬੈਂਕ 'ਚ ਵੀ ਕੰਮ ਕਰ ਰਿਹਾ ਹੋਵੇ, ਬੰਦਾ ਸਾਧ ਸੰਗਤ ਕਿਸੇ ਮਹਿਕਮੇ ਦੇ ਵਿੱਚ ਬੈਠਾ ਹੋਵੇ, ਤੇ ਮੈਂ ਕਈ ਵਾਰੀ ਵੇਖਿਆ ਬੰਦੇ ਨੂੰ ਨੌਕਰੀ ਮਿਲ ਜੇ ਨਾ, ਤੇ ਆਖਰਕਾਰ ਬੰਦਾ ਆ ਇੰਡੀਆ ਦੀ ਧਰਤੀ ਦੇ ਉੱਤੇ ਇਸੇ ਤਰ੍ਹਾਂ ਹੀ ਆ ਕਿਉਂ ਇੰਨੀ ਕਰਪਸ਼ਨ ਆ, ਕਿਉਂ ਇੰਨੀ ਹਿਲਜੁਲ ਹੁੰਦੀ ਆ? ਕਿਉਂਕਿ ਉੱਥੇ ਯੋਗ ਪਦਵੀਆਂ ਦੇ ਉੱਤੇ ਅਯੋਗ ਬੰਦੇ ਬੈਠੇ ਆ, ਮੁਸ਼ਕਲ ਆ ਬਣਦੀ ਆ। ਤੇ ਇਹਨਾਂ ਦੇਸ਼ਾਂ ਦੇ ਵਿੱਚ ਯੋਗਤਾ ਵੇਖੀ ਜਾਂਦੀ ਆ, ਉੱਥੇ ਫਰਮਾਇਸ਼ ਵੇਖੀ ਜਾਂਦੀ। ਫਰਕ ਇੰਨਾ ਕੀ ਆ, ਉੱਥੇ ਯੋਗਤਾ ਨਹੀਂ ਵੇਖੀ ਜਾਂਦੀ, ਉੱਥੇ ਤੇ ਵੇਖੀ ਜਾਂਦੀ ਵੀ ਬੰਦਾ ਰਿਸ਼ਵਤ ਬਹੁਤੀ ਕਿਹੜਾ ਦੇ ਸਕਦਾ, ਤੇ ਬੰਦੇ ਦੀ ਫਰਮਾਇਸ਼ ਕਿੰਨੀ ਕਿਆ। ਯੋਗਤਾ ਹੋਵੇ ਚਾਹੇ ਨਾ ਹੋਵੇ, ਫਿਰ ਉੱਥੇ ਹੁੰਦਾ ਕੀ ਆ ਮੈਂ 2-3 ਦਿਨ ਹੋ ਗਏ ਕਚਹਿਰੀ ਦੇ ਵਿੱਚ ਕੰਮ ਸੀ ਪਰਿਵਾਰ ਨੂੰ, ਤੇ ਮੈਂ ਪਤਾ ਕੀਤਾ ਕਾਨੂੰ ਗੋ ਦੇ ਬਾਰੇ। ਉਹ 15 ਦਿਨ ਹੋ ਗਏ ਕਚਹਿਰੀ ਦੇ ਵਿੱਚ ਹੀ ਨਹੀਂ ਆਇਆ, ਤੇ ਮੈਂ ਪੁੱਛਿਆ ਵੀ ਕੀ ਕਾਰਨ ਆ? ਕਹਿੰਦੇ ਵੀ ਜ਼ੁਕਾਮ ਹੋਇਆ ਕਾਨੂੰ ਗੋ ਨੂੰ, ਇਸ ਕਰਕੇ ਉਹ 15 ਦਿਨ ਹੋ ਗਏ ਕਚਹਿਰੀ 'ਚ ਹੀ ਨਹੀਂ ਆ ਰਿਹਾ। ਤੇ ਹੁਣ ਹਾਲਤ ਤੇ ਆਹ ਬਣੀ ਪਈ ਆ। ਗੁਰੂ ਸਾਹਿਬ ਤਾਂ ਹੀ ਕਹਿੰਦੇ ਵੀ ਜੇ ਤੈਨੂੰ ਕਿਤੇ ਗੁਰੂ ਵਾਲੀ ਮੱਤ ਆ ਜੇ, ਤੇ ਤੈਨੂੰ ਇਹ ਖਿਆਲ ਹੋਵੇ ਵੀ ਮੇਰੇ ਕਾਰਨ ਕੋਈ ਪਬਲਿਕ ਦੁਖੀ ਤਾਂ ਨਹੀਂ ਹੋ ਰਹੀ, ਕੋਈ ਬੰਦਾ ਮੇਰੇ ਕਾਰਨ ਪਰੇਸ਼ਾਨ ਤਾਂ ਨਹੀਂ ਹੋ ਰਿਹਾ। ਇਹ ਜ਼ਰੂਰੀ ਨਹੀਂ ਵੀ ਬੰਦੇ ਨੇ ਗੁਰਮਤਿ ਲੈ ਕੇ ਗ੍ਰੰਥੀ ਬਣਨਾ ਤੇ ਭਾਈ ਰਾਗੀ ਬਣਨਾ ਤੇ ਉਹਨੇ ਗੁਰਦੁਆਰੇ ਦੇ ਵਿੱਚ ਹੀ ਬਹਿਣਾ। ਹਰ ਇੱਕ ਮਹਿਕਮੇ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਕੋ ਗੁਰੂ ਦੀ ਮੱਤ ਹੋਵੇਗੀ, ਤੇ ਉਹ ਹਰ ਇੱਕ ਬੰਦੇ ਦਾ ਖਿਆਲ ਰੱਖੇਗਾ।
ਜਿਹੜੇ ਵੀ ਮਹਿਕਮੇ ਦੇ ਵਿੱਚ ਬੈਠਾ ਹੋਵੇਗਾ, ਇੱਕ ਤੇ ਟਾਈਮ ਦਾ ਪਾਬੰਦ ਹੋਵੇਗਾ, ਇੱਕ ਦੁਨੀਆ ਦਾ ਧਿਆਨ ਰੱਖਣ ਵਾਲਾ ਹੋਵੇਗਾ ਵੀ ਮੇਰੇ ਕਾਰਨ ਕਿਸੇ ਬੰਦੇ ਨੂੰ ਪਰੇਸ਼ਾਨੀ ਤਾਂ ਨਹੀਂ ਹੋ ਰਹੀ, ਭਾਵੇਂ ਉਹ ਬੰਦੇ ਨੇ ਪੈਂਟ ਕੋਟ ਪਾਇਆ ਹੋਵੇ, ਟਾਈ ਲਾਈ ਹੋਵੇ, ਕੁਰਸੀ ਤੇ ਬੈਠਾ ਹੋਵੇ, ਇਹ ਗੱਲ ਮੈਨੇ ਨਹੀਂ ਰੱਖਦੀ, ਪਰ ਬੰਦੇ ਦੇ ਅੰਦਰ ਇਨਸਾਨੀਅਤ ਕਿੰਨੀ ਕਿ ਆ ਵੇਖੀ ਤੇ ਹੋ ਜਾਂਦੀ ਆ। ਮਹਾਰਾਜ ਨੇ ਤੇ ਗੁਣਾ ਦੀ ਗੱਲ ਕੀਤੀ ਆ, ਸਾਂਝ ਕਰੀ ਜੇ ਗੁਣਾ ਕੇਰੀ ਛੋੜ ਆਵ ਗਣ ਚੱਲੀ ਐ। ਬੰਦੇ ਦੇ ਅੰਦਰ ਗੁਣ ਕਿਹੋ ਜਿਹੇ ਕੰਮ ਕਰਦੇ ਆ। ਤੇ ਬਹੁਤਾਤ ਦੇ ਵਿੱਚ ਕਈ ਵਾਰੀ ਬੰਦਾ ਬਹੁਤਾ ਪੜ੍ਹਿਆ ਲਿਖਿਆ ਸਿਆਣਾ ਹੋਵੇ, ਪਰ ਸਾਧ ਸੰਗਤ ਉਹਨੂੰ ਜੀਣ ਦਾ ਢੰਗ ਹੀ ਨਾ ਆਉਂਦਾ ਹੋਵੇ, ਤੇ ਨਾ ਉਹ ਆਪ ਜੀਵੇ ਤੇ ਨਾ ਕਿਸੇ ਨੂੰ ਜੀਣ ਦੇ। ਇਹੋ ਜਿਹੇ ਬੰਦੇ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਆਖਿਆ ਸੀ, ਬੜੀ ਲੋੜ ਆ ਇਹਨੂੰ ਗੁਰੂ ਦੀ ਮੱਤ ਦੀ। ਗੁਰੂ ਦੀ ਮੱਤ ਤੇ ਚੱਲ ਕੇ ਸਚਿਆਰ ਬਣ ਜਾਏ, ਫਿਰ ਜਿੱਥੇ ਜਾਏਗਾ ਸਮਾਜ ਦੇ ਭਲੇ ਵਾਸਤੇ, ਸਮਾਜ ਦੇ ਹਿੱਤ ਵਾਸਤੇ ਕੰਮ ਕਰੇਗਾ। ਇਹ ਨਿਰਾ ਬੰਦਾ ਧਾਰਮਿਕ ਬਾਣਾ ਪਾ ਕੇ ਹੀ ਨਹੀਂ ਸਮਾਜ ਦਾ ਕੰਮ ਕਰ ਸਕਦਾ, ਵੀ ਨਿਰਾ ਬੰਦਾ ਧਾਰਮਿਕ ਚਿੰਨ੍ਹ ਪਾ ਕੇ ਸਮਾਜ ਦੀ ਸੇਵਾ ਕਰ ਸਕਦਾ ਵਾ। ਸਾਧ ਸੰਗਤ ਕਿਸੇ ਵੀ ਰੂਪ ਦੇ ਵਿੱਚ ਤੇ ਕਿਸੇ ਵੀ ਪਹਿਰਾਵੇ ਦੇ ਵਿੱਚ ਮਨੁੱਖਤਾ ਦੀ ਸੇਵਾ ਹੋ ਸਕਦੀ। ਗੱਲ ਤੇ ਮਨੁੱਖਤਾ ਦੀ ਸੇਵਾ ਕਰਨ ਦੀ ਆ, ਮਨੁੱਖਤਾ ਦਾ ਭਲਾ ਕਰਨ ਦੀ ਆ। ਹੋ ਸਕਦਾ ਬੰਦਾ ਧਾਰਮਿਕ ਚਿੰਨ੍ਹ ਪਾ ਕੇ, ਧਾਰਮਿਕ ਲਿਬਾਸ ਪਾ ਕੇ ਵੀ ਸਮਾਜ ਦਾ ਭਲਾ ਨਾ ਕਰ ਸਕਦਾ ਹੋਵੇ, ਬਰਿਆਈ ਹੋਵੇ ਉਹਦੇ ਅੰਦਰ। ਜਿਵੇਂ ਗੁਰੂ ਨਾਨਕ ਸਾਹਿਬ ਨੇ ਕਾਜ਼ੀਆਂ ਤੇ ਪੰਡਤਾਂ ਦੇ ਬਾਰੇ ਆਖਿਆ ਸੀ, ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਏ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਆਂਦ, ਤਿੰਨੇ ਉਜਾੜੇ ਕਾ ਬੰਦ। ਧਾਰਮਿਕ ਬੰਦਾ ਵੀ ਕਰਪਟ ਹੋ ਸਕਦਾ। ਗੁਰੂ ਕਿਰਪਾ ਕਰੇ, ਸਾਨੂੰ ਬਹੁਤ ਲੋੜ ਆ ਅੱਜ ਗੁਰੂ ਦੇ ਕੋਲੋਂ ਮੱਤ ਲੈ ਕੇ ਚੱਲਣ ਦੀ, ਤਾਂ ਹੀ ਅਸੀਂ ਸਮਾਜ ਸੇਵਕ ਬਣ ਸਕਦੇ ਹਾਂ। ਸਮਾਜ ਦੇ ਵਿੱਚ ਸਾਨੂੰ ਰਹਿਣ ਦੀ ਜਾਚ ਆ ਸਕਦੀ ਆ, ਅਸੀਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ, ਤੇ ਤਾਂ ਹੀ ਅਸੀਂ ਮਦਦਗਾਰ ਬਣ ਸਕਦੇ ਹਾਂ। ਜੇ ਅਸੀਂ ਆਪਣੇ ਸੁਭਾਅ ਨੂੰ ਤਬਦੀਲ ਨਹੀਂ ਕਰਦੇ, ਤੇ ਫਿਰ ਸਾਡਾ ਜਿਸ ਤਰ੍ਹਾਂ ਦਾ ਸੁਭਾਅ ਬਣ ਜਾਏਗਾ, ਜਿਸ ਤਰ੍ਹਾਂ ਦਾ ਪੱਕ ਜਾਏਗਾ, ਉਸੇ ਤਰ੍ਹਾਂ ਦੇ ਅਸੀਂ ਲੋਕਾਂ ਦੀ ਭਾਲ ਕਰਦੇ ਰਵਾਂਗੇ। ਉਸੇ ਤਰ੍ਹਾਂ ਦੀ ਸਾਨੂੰ ਸੰਗਤ ਚਾਹੀਦੀ ਆ, ਉਸੇ ਤਰ੍ਹਾਂ ਦੇ ਸਾਨੂੰ ਮਨੁੱਖ ਚਾਹੀਦੇ ਆ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਅਨੇਕਾਂ ਉਦਾਹਰਨਾਂ ਦੇ ਕੇ ਸਮਝਾਇਆ। ਕਾਂਸ਼ੀ ਦੇ ਪੰਡਤਾਂ ਨੇ ਭਾਈ ਗੁਰਦਾਸ ਜੀ ਨੂੰ ਇੱਕ ਗੱਲ ਪੁੱਛੀ ਸੀ, 1 ਮਿੰਟ ਦੀ, ਕਿਉਂਕਿ ਮੇਰਾ 5 ਮਿੰਟ ਅਜੇ ਸਮਾਂ ਹੈਗਾ, ਪਰ ਮੈਂ 1 ਮਿੰਟ ਦੀ ਗੱਲ ਕਰਕੇ ਸਮਾਪਤੀ ਕਰਾਂਗਾ। ਭਾਈ ਗੁਰਦਾਸ ਜੀ ਨੂੰ ਆਖਿਆ ਸੀ ਵੀ ਗੁਰੂ ਪਾਤਸ਼ਾਹ ਜੀ ਸਿੱਖ ਨੂੰ ਪਰਮਹੰਸ ਕਿਉਂ ਕਹਿੰਦੇ ਆ? ਭਾਈ ਗੁਰਦਾਸ ਜੀ, ਇੱਕ ਹੰਸ ਹੁੰਦਾ, ਹੰਸ ਦੀ ਗੱਲ ਤੇ ਸਮਝ ਚ ਆਉਂਦੀ ਆ, ਪਰ ਪਰਮਹੰਸ ਕਿਉਂ ਆਖਿਆ ਸਿੱਖ ਨੂੰ? ਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਹੰਸ ਹੁੰਦਾ ਨਾ, ਉਹ ਕਦੇ ਵੀ ਗੰਦਗੀ ਤੇ ਨਹੀਂ ਬਹਿੰਦਾ, ਕਿਉਂਕਿ ਛੱਪੜਾਂ ਦੇ ਉੱਤੇ ਜਾਂ ਉਹ ਮਲੀਨ ਥਾਵਾਂ ਦੇ ਉੱਤੇ ਨਹੀਂ ਜਾਂਦਾ। ਤੇ ਜਿਹੜਾ ਹੰਸ ਹੁੰਦਾ ਉਹ ਮਾਨ ਸਰੋਵਰ ਤੇ ਜਾਂਦਾ। ਤੇ ਜਿਹੜਾ ਸਿੱਖ ਆ ਉਹ ਵੀ ਇਸੇ ਤਰ੍ਹਾਂ ਪੱਬਾਂ ਕਲੱਬਾਂ ਦੇ ਵਿੱਚ ਨਹੀਂ ਜਾਂਦਾ, ਉਹ ਗੁਰਦੁਆਰੇ ਦੇ ਵਿੱਚ ਆਉਂਦਾ, ਧਰਮਸ਼ਾਲਾ ਦੇ ਵਿੱਚ ਬਹਿੰਦਾ, ਸਤ ਸੰਗਤ ਕਰਦਾ। ਤੇ ਕਾਂਸ਼ੀ ਦੇ ਪੰਡਤ ਕਹਿੰਦੇ ਫੇਰ ਕਿੱਡੀ ਕੁ ਵੱਡੀ ਗੱਲ ਆ, ਜਿਹੋ ਜਿਹੇ ਗੁਣ ਹੰਸ ਦੇ ਵਿੱਚ ਉਹੋ ਜਿਹੇ ਗੁਣ ਤੇ ਸਿੱਖ ਦੇ ਵਿੱਚ ਆ। ਕਿਉਂਕਿ ਹੰਸ ਵੀ ਛਪੜੀ 'ਤੇ ਨਹੀਂ ਜਾਂਦਾ, ਮਲੀਨ ਥਾਵਾਂ 'ਤੇ ਨਹੀਂ ਬਹਿੰਦਾ, ਉਹ ਮਾਨ ਸਰੋਵਰ 'ਤੇ ਰਹਿੰਦਾ। ਤੇ ਸਿੱਖ ਗੁਰਦੁਆਰੇ ਦੇ ਵਿੱਚ, ਧਰਮਸ਼ਾਲਾ ਦੇ ਵਿੱਚ ਰਹਿੰਦਾ। ਫਿਰ ਹੰਸ ਦੇ ਵਿੱਚ ਤੇ ਸਿੱਖ ਦੇ ਵਿੱਚ ਕੀ ਫਰਕ ਹੈ? ਇਹਨੂੰ ਪਰਮਹੰਸ ਕਿਉਂ ਆਖਿਆ? ਭਾਈ ਗੁਰਦਾਸ ਜੀ ਕਹਿੰਦੇ ਗੱਲ ਇਹ ਆ ਵੀ ਜਿਵੇਂ ਹੰਸ ਦੁਰਮਤ ਦਾ ਤੇ ਗੁਰਮਤ ਦਾ ਪਾਰਖੂ ਆ, ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਨਿਖੇੜ ਦਿੰਦਾ, ਇਸੇ ਤਰ੍ਹਾਂ ਸਿੱਖ ਗੁਰਮਤ ਤੇ ਦੁਰਮਤ ਨੂੰ ਨਿਖੇੜ ਦਿੰਦਾ। ਤੇ ਕਾਂਸ਼ੀ ਦੇ ਪੰਡਤ ਕਹਿੰਦੇ ਵੀ ਤਾਂ ਵੀ ਕੀ ਵੱਡੀ ਗੱਲ ਹੋਈ ਵੀ ਹੰਸ ਜਿਹੜਾ ਉਹ ਪਾਣੀ ਤੇ ਦੁੱਧ ਨੂੰ ਵੱਖਰਾ ਕਰ ਲੈਂਦਾ, ਪਰ ਸਿੱਖ ਜਿਹੜਾ ਗੁਰਮਤ ਤੇ ਦੁਰਮਤ ਨੂੰ ਨਿਖੇੜ ਲੈਂਦਾ, ਕਿਉਂਕਿ ਪਾਰਖੂ ਆ। ਸਿੱਖ ਗੁਰੂ ਸਾਹਿਬਾਂ ਨੇ ਪਾਰਖੂ ਬਣਾਇਆ, ਇਹਨੂੰ ਮਾੜੇ ਤੇ ਚੰਗੇ ਦੀ ਪਰਖ ਹੋਣੀ ਚਾਹੀਦੀ, ਦੁਰਮਤ ਤੇ ਗੁਰਮਤ ਦੀ ਪਰਖ ਹੋਣੀ ਚਾਹੀਦੀ ਆ। ਕਾਂਸ਼ੀ ਦੇ ਪੰਡਤ ਕਹਿੰਦੇ ਵੀ ਇਹ ਗੁਣ ਤੇ ਸੇਮ ਹੀ ਹੰਸ ਦੇ ਵਿੱਚ ਤੇ ਸੇਮ ਹੀ ਸਿੱਖ ਦੇ ਵਿੱਚ ਆ, ਪਰ ਸਿੱਖ ਪਰਮਹੰਸ ਕਿਵੇਂ ਹੋਇਆ? ਤੇ ਜਿਹੜੀ ਭਾਈ ਗੁਰਦਾਸ ਨੇ ਅਖੀਰ ਤੇ ਗੱਲ ਆਖੀ, ਉਹ ਕਹਿੰਦੇ ਭਲਿਓ, ਅਸਲ ਦੇ ਵਿੱਚ ਜਿਹੜਾ ਹੰਸ ਆ ਨਾ, ਇਹਦੀ ਕੋਈ ਸੰਗਤ ਕਰੇ ਤੇ ਹੰਸ ਕਦੇ ਵੀ ਕਿਸੇ ਪੰਛੀ ਨੂੰ ਆਪਣੇ ਵਰਗਾ ਨਹੀਂ ਬਣਾ ਸਕਦਾ। ਇਹਦੇ ਕੋਲ ਬਗਲਾ ਬਹਿ ਜੇ, ਕਾਂ ਬਹਿ ਜੇ, ਹੰਸ ਕਦੇ ਆਪਣੇ ਵਰਗਾ ਨਹੀਂ ਬਣਾ ਸਕਦਾ।
ਆਪਣੇ ਵਰਗਾ ਇਹ ਸੁਭਾਅ ਨਹੀਂ ਦੇ ਸਕਦਾ, ਆਪਣੇ ਵਰਗੇ ਗੁਣ ਨਹੀਂ ਦੇ ਸਕਦਾ। ਪਰ ਸਿੱਖ ਨੂੰ ਪਰਮਹੰਸ ਇਸ ਕਰਕੇ ਆਖਿਆ ਗਿਆ, ਸਿੱਖ ਦੇ ਵਿੱਚ ਇੰਨੀ ਸਮਰੱਥਾ, ਇਹ ਕਿਸੇ ਦੁਰਮਤ ਵਾਲੇ ਬੰਦੇ ਦੇ ਕੋਲ ਬਹਿ ਜਾਏ, ਕਿਸੇ ਮਨਮੁਖ ਦੀ ਸੰਗਤ ਕਰ ਲਵੇ, ਤੇ ਜਿਹੜਾ ਪੂਰਨ ਸਿੱਖ ਆ ਇਹ ਆਪਣੇ ਵਰਗਾ ਮਨੁੱਖ ਨੂੰ ਬਣਾ ਲੈਂਦਾ, ਕਿਉਂਕਿ ਬੇਮੁਖ ਵੀ ਗੁਰੂ ਦੇ ਰਾਹ ਤੇ ਚੱਲ ਸਕਦਾ। ਇਹ ਅਸਲ ਦੇ ਵਿੱਚ ਸਿੱਖ ਦੇ ਕੋਲ ਇੰਨੀ ਸਮਰੱਥਾ, ਇਸ ਕਰਕੇ ਗੁਰੂ ਸਾਹਿਬਾਂ ਨੇ ਸਿੱਖ ਨੂੰ ਪਰਮਹੰਸ ਦਾ ਦਰਜਾ ਦਿੱਤਾ, ਹੰਸ ਨਾਲੋਂ ਵੀ ਉੱਚਾ ਆਖਿਆ। ਗੁਰੂ ਕਿਰਪਾ ਕਰੇ ਕਿਤੇ ਇਸ ਤਰ੍ਹਾਂ ਦਾ ਸੁਭਾਅ ਸਾਡਾ ਬਣ ਜਾਏ, ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਣ, ਨਾਨਕ ਹਰ ਪ੍ਰਭ ਆਪੇ ਮਿਲੇ। ਆਓ ਛੋਟੇ ਬੱਚਿਆਂ ਦੇ ਕੋਲੋਂ ਆਪਾਂ ਸ਼ਬਦ ਤੇ ਆਨੰਦ ਸਾਹਿਬ ਦੀ ਬਾਣੀ ਸਰਵਣ ਕਰਕੇ ਅਲਾਹੇ ਪ੍ਰਾਪਤ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।